सत श्री अकाल दोस्तों, क्लिक स्टार्ट ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਪੰਜਾਬ ਪੀਸੀਐਸ ਦੇ 2013 ਦੇ ਪੇਪਰ ਵਿੱਚ ਆਏ ਇੰਡੀਅਨ ਇਕਨੋਮੀ ਦੇ ਕੁਐਸਚਨਸ ਬਾਰੇ। ਜੇ ਤੁਹਾਨੂੰ ਇਸ ਲੈਕਚਰ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਤੇ ਜਾ ਸਕਦੇ ਹੋ, ਤੇ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਤਾਂ ਗੱਲ ਕਰਦੇ ਹਾਂ 2013 ਦੇ ਪੰਜਾਬ ਪੀਸੀਐਸ ਦੇ ਕੁਐਸਚਨ ਪੇਪਰ ਬਾਰੇ। ਤਾਂ ਉਹਨਾਂ ਵਿੱਚ ਜਿਹੜੇ ਚੀਜ਼ਾਂ ਵਿੱਚੋਂ ਕੁਐਸਚਨਸ ਆਏ ਸੀ, ਜਿਹੜੇ ਸਬਜੈਕਟਸ 'ਚੋਂ ਕੁਐਸਚਨ ਆਏ ਸੀ ਉਹਦੇ ਮੈਂਸ਼ਨ ਨੇ, ਤੁਸੀਂ ਦੇਖ ਸਕਦੇ ਹੋ। ਅਤੇ ਜੇ ਆਪਾਂ ਇਕਨੋਮੀ ਦੀ ਗੱਲ ਕਰੀਏ ਤਾਂ 13% ਪੇਪਰ ਸੀ ਜੋ ਇਕੋਨਮੀ ਵਿੱਚੋਂ ਆਇਆ ਸੀ। ਅਤੇ ਜੇ ਆਪਾਂ ਈਅਰ ਵਾਈਜ਼ ਦੇਖੀਏ ਇਕੋਨਮੀ ਵਿੱਚੋਂ ਕਿੰਨੇ ਕੁਐਸਚਨਸ ਆਉਂਦੇ ਰਹੇ ਨੇ, ਤਾਂ 2013 ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨਸ ਆਏ ਸੀ। 13 ਕੁਐਸਚਨਸ ਆਏ ਸੀ ਸਿਰਫ ਇਕੋਨਮੀ ਵਿੱਚੋਂ। 2015 ਦੇ ਵਿੱਚ ਸਿਰਫ 3 ਹੀ ਕੁਐਸਚਨਸ ਆਏ ਸੀ, ਅਤੇ 2018 ਦੇ ਪੇਪਰ ਦੇ ਵਿੱਚ 6 ਕੁਐਸਚਨਸ ਆਏ ਸੀ ਇਕਨੋਮਿਕਸ ਵਿੱਚੋਂ। ਤਾਂ ਹੁਣ ਗੱਲ ਕਰਦੇ ਹਾਂ ਪਹਿਲੇ ਕੁਐਸਚਨ ਦੀ ਜੋ ਇਕਨੋਮਿਕਸ ਵਿੱਚੋਂ ਆਇਆ ਸੀ। ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਦੀ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਐਕੁਜ਼ੀਸ਼ਨ ਰਿਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਐਕਟ 2013। ਤਾਂ ਜਿਹੜਾ LARR ਐਕਟ ਸੀ 2013 ਦਾ, ਉਹਦੇ ਵਿੱਚ ਜਿਹੜੇ ਰਾਈਟ ਟੂ ਫੇਅਰ ਕੰਪਨਸੇਸ਼ਨ ਟਰਾਂਸਪੇਰੈਂਸੀ ਦੀ ਗੱਲ ਕੀਤੀ ਗਈ ਹੈ। ਤਾਂ ਉਹਦੇ ਨਾਲ ਕਿਹੜੀਆਂ ਸਟੇਟਮੈਂਟਸ ਇਹਦੇ ਨਾਲ ਰਿਲੇਟਿਡ ਦਿੱਤੀਆਂ ਗਈਆਂ, ਅਤੇ ਐਟ ਦੀ ਐਂਡ ਪੁੱਛਿਆ ਗਿਆ ਕਿ ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਆਰ ਨਾਟ ਕਰੈਕਟ, ਕਿ ਇਹਨਾਂ 4 ਸਟੇਟਮੈਂਟਸ ਦੇ ਵਿੱਚੋਂ ਗਲਤ ਸਟੇਟਮੈਂਟ ਕਿਹੜੀਆਂ ਨੇ। ਤਾਂ ਫਸਟ ਸਟੇਟਮੈਂਟ ਦਿੱਤੀ ਗਈ ਹੈ, ਇਟ ਇਜ਼ ਮੈਂਡੇਟਰੀ ਟੂ ਕੈਰੀ ਆਊਟ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਇਨ ਕੰਸਲਟੇਸ਼ਨ ਵਿਦ ਦੀ ਪੰਚਾਇਤ, ਮਿਊਨਿਸਪੈਲਿਟੀ ਔਰ ਮਿਊਨਿਸਪਲ ਕਾਰਪੋਰੇਸ਼ਨ। ਤਾਂ ਕੋਈ ਵੀ ਜਗ੍ਹਾ 'ਤੇ, ਜਿਵੇਂ ਆਪਾਂ ਸੁਣਿਆ ਹੈ ਵਰਡ ਇਨਵਾਇਰਮੈਂਟਲ ਇੰਪੈਕਟ ਅਸੈਸਮੈਂਟ, ਕਿ ਇਨਵਾਇਰਮੈਂਟ ਨੂੰ ਕਿੰਨਾ ਨੁਕਸਾਨ ਹੋ ਰਿਹਾ, ਉਵੇਂ ਸੋਸ਼ਲ ਇੰਪੈਕਟ ਅਸੈਸਮੈਂਟ ਦੇ ਵਿੱਚ ਦੇਖਿਆ ਜਾਂਦਾ ਕਿ ਸੁਸਾਇਟੀ ਨੂੰ ਕਿੰਨਾ ਨੁਕਸਾਨ ਹੋ ਰਿਹਾ, ਉੱਥੇ ਕੰਮ ਕਰਨ ਵਾਲੇ ਲੋਕਾਂ ਨੂੰ, ਉੱਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਵੀ ਪ੍ਰੋਜੈਕਟ ਨਾਲ ਕਿੰਨਾ ਨੁਕਸਾਨ ਹੋ ਰਿਹਾ। ਤਾਂ ਇਨ ਕੰਸਲਟੇਸ਼ਨ ਵਿਦ ਪੰਚਾਇਤ ਇਟ ਮੀਨਸ ਲੋਕਲ ਬਾਡੀਜ਼। ਤਾਂ ਸਟੇਟਮੈਂਟ ਬਿਲਕੁਲ ਸਹੀ ਹੈ। ਜਿਹੜੀ ਸੋਸ਼ਲ ਇੰਪੈਕਟ ਅਸੈਸਮੈਂਟ ਹੈ ਉਹ ਲੋਕਲ ਬਾਡੀਜ਼ ਨੂੰ ਨਾਲ ਲੈ ਕੇ ਕੀਤੀ ਜਾਊਗੀ। ਦੈਨ the social impact assessment should be completed within 3 months। ਤਾਂ ਇਹ ਸਟੇਟਮੈਂਟ ਗਲਤ ਹੈ। 3 months ਨਹੀਂ ਬਲਕਿ 6 months ਦਿੱਤੇ ਗਏ ਨੇ ਉਹਨੂੰ ਕੰਪਲੀਟ ਕਰਨ ਨੂੰ। ਦੈਨ ਪਬਲਿਕ ਹੀਅਰਿੰਗ ਟੂ ascertain the views of affected families for social impact assessment, ਕਿ ਜਾਨੀ ਕਿ ਜੋ ਪਬਲਿਕ ਹੀਅਰਿੰਗ ਹੋਊਗੀ ਤਾਂ ਲੋਕਾਂ ਦੇ ਵਿਊਜ਼ ਜਾਣਨ ਲਈ, ਜਿਹੜੇ ਵੀ ਫੈਮਿਲੀਜ਼ ਉੱਥੇ, ਜਿਹੜੀ ਵੀ ਸੁਸਾਇਟੀ ਦੇ ਲੋਕ ਇੰਪੈਕਟ ਹੋਣਗੇ। ਤਾਂ ਸਟੇਟਮੈਂਟ ਵੀ ਬਿਲਕੁਲ ਸਹੀ ਹੈ। Then fourth statement is there is no exemption from undertaking social impact assessment study। ਤਾਂ ਦੋਸਤੋ ਇੱਦਾਂ ਕਿਵੇਂ ਹੋ ਸਕਦਾ ਕਿ ਕੋਈ ਵੀ ਐਗਜ਼ੈਂਪਸ਼ਨ ਨਾ ਹੋਵੇ, ਕੱਲ੍ਹ ਨੂੰ ਕੋਈ ਐਮਰਜੈਂਸੀ ਪੈ ਜਾਵੇ ਤਾਂ ਐਗਜ਼ੈਂਪਸ਼ਨਸ ਤਾਂ ਵਿੱਚ ਰੱਖਣੀਆਂ ਹੀ ਪੈਂਦੀਆਂ ਨੇ, ਅਤੇ ਇਹਦਾ ਮੀਨਸ ਇਹ ਸਟੇਟਮੈਂਟ ਗਲਤ ਹੈ। ਤਾਂ 4 ਸਟੇਟਮੈਂਟਸ ਨੇ, ਉਹਨਾਂ ਵਿੱਚੋਂ ਆਪਾਂ ਦੇਖਿਆ ਕਿ ਦੂਜੀ ਸਟੇਟਮੈਂਟ ਗਲਤ ਹੈ ਅਤੇ ਚੌਥੀ ਸਟੇਟਮੈਂਟ ਗਲਤ ਹੈ। ਅਤੇ ਆਪਾਂ ਨੂੰ ਪੁੱਛਿਆ ਕਿ ਕਿਹੜੀਆਂ ਸਟੇਟਮੈਂਟਸ ਗਲਤ ਹੈ, ਅਤੇ ਇਹਦਾ ਆਨਸਰ ਆਊਗਾ B 2 and 4। ਤਾਂ ਲੈਂਡ ਐਕੁਜ਼ੀਸ਼ਨ ਐਕਟ ਦੀ ਗੱਲ ਕਰੀਏ, LARR ਐਕਟ 2013 ਦੀ ਗੱਲ ਕਰੀਏ, ਤਾਂ ਇਹਦੇ ਵਿੱਚ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਦੀ ਗੱਲ ਕੀਤੀ ਗਈ ਹੈ। ਦ ਐਕੁਜ਼ੀਸ਼ਨ ਪ੍ਰੋਸੈਸ ਇਜ਼ ਕੈਰੀਡ ਆਊਟ ਇਨ ਕੰਸਲਟੇਸ਼ਨ ਵਿਦ ਲੋਕਲ ਗਵਰਨਮੈਂਟ ਐਂਡ ਗ੍ਰਾਮ ਸਭਾਸ। ਤਾਂ ਜਿਹੜਾ ਵੀ ਐਕੁਜ਼ੀਸ਼ਨ ਕੋਈ ਵੀ ਜਗ੍ਹਾ ਐਕਵਾਇਰ ਕਰੂਗੀ ਸਰਕਾਰ, ਜਾਂ ਕਿਸੇ ਵੀ ਪ੍ਰੋਜੈਕਟ ਲਈ ਐਕਵਾਇਰ ਕੀਤੀ ਜਾਊਗੀ, ਤਾਂ ਉਹਦੇ ਲਈ ਲੋਕਲ ਗਵਰਨਮੈਂਟ ਦੀ ਕੰਸਲਟੇਸ਼ਨ ਜ਼ਰੂਰੀ ਹੈ। thereby ensuring least disturbance is caused to owners, ਤਾਂ ਕਿ ਓਨਰਸ ਨੂੰ ਉਸ ਜਗ੍ਹਾ ਦੇ ਸਭ ਤੋਂ ਘੱਟ ਡਿਸਟਰਬੈਂਸ ਹੋਵੇ, ਐਂਡ ਅਦਰ ਅਫੈਕਟਿਡ ਫੈਮਲੀਜ਼, ਤਾਂ ਕਿ ਫੈਮਲੀਜ਼ ਘੱਟ ਤੋਂ ਘੱਟ ਅਫੈਕਟ ਹੋਣ। ਮੇਕ ਐਡੂਕੇਟ ਪ੍ਰੋਵੀਜ਼ਨਸ ਫॉर ਦੀ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ। ਤਾਂ ਰੀਹੈਬਿਲਿਟੇਸ਼ਨ ਅਤੇ ਰੀਸੈਟਲਮੈਂਟ ਲਈ ਬਹੁਤ ਸਾਰੀਆਂ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਨੇ। ਇਨ ਕੇਸ ਆਫ ਕੰਪਲਸਰੀ ਐਕੁਜ਼ੀਸ਼ਨ, ਜੇ ਕਿਸੇ ਕੇਸ ਵਿੱਚ ਕੰਪਲਸਰੀ ਐਕੁਜ਼ੀਸ਼ਨ ਯਾਨੀ ਕਿ ਕਰਨੀ ਹੀ ਕਰਨੀ ਪਵੇ, ਐਂਡੈਵਰ ਸ਼ੁੱਡ ਬੀ ਮੇਡ ਦੈਟ ਦੀ ਅਫੈਕਟਿਡ ਪਰਸਨਸ ਆਰ ਮੇਡ ਪਾਰਟਨਰਸ ਇਨ ਡਿਵੈਲਪਮੈਂਟ ਸੋ ਐਜ਼ ਟੂ ਇੰਸ਼ੋਰ ਐ ਸਮੂਥ ਰੀਹੈਬਿਲਿਟੇਸ਼ਨ। ਤਾਂ ਜਿਹੜੇ ਅਫੈਕਟਿਡ ਲੋਕਾਂ ਨੇ ਟਰਾਈ ਕੀਤਾ ਜਾਊਗਾ ਕਿ ਉਹਨਾਂ ਨੂੰ ਹੀ ਡਿਵੈਲਪਮੈਂਟ ਦੇ ਵਿੱਚ ਹਿੱਸੇਦਾਰ ਬਣਾਇਆ ਜਾਵੇ, ਪਾਰਟਨਰ ਬਣਾਇਆ ਜਾਵੇ, ਤਾਂ ਕਿ ਉਹਨਾਂ ਦੀ ਰੀਹੈਬਿਲਿਟੇਸ਼ਨ ਹੋ ਸਕੇ। ਤਾਂ ਹੁਣ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਦ ਡਿਪਾਰਟਮੈਂਟ ਆਫ ਕਰੰਸੀ ਮੈਨੇਜਮੈਂਟ RBI receives notes from 4 currency note printing presses in the country। ਤਾਂ ਜਿਹੜਾ RBI ਦਾ ਕਰੰਸੀ ਮੈਨੇਜਮੈਂਟ ਡਿਪਾਰਟਮੈਂਟ ਹੈ, ਉਹਨੂੰ 4 ਥਾਵਾਂ ਤੋਂ ਨੋਟ ਮਿਲਦੇ ਨੇ ਬਣ ਕੇ। 2 of the currency note printing presses are owned by the government of India। 2 ਗਵਰਨਮੈਂਟ owned ਨੇ, and 2 are
ਔਨਡ ਬਾਈ ਰਿਜ਼ਰਵ ਬੈਂਕ। 2 ਗਵਰਨਮੈਂਟ ਆਫ ਇੰਡੀਆ ਕੋਲ ਨੇ ਤੇ 2 ਹੈਗੇ ਨੇ ਰਿਜ਼ਰਵ ਬੈਂਕ ਦੇ ਕੋਲੇ, RBI ਦੇ ਕੋਲੇ। ਤਾਂ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਅਮੰਗਸਟ ਥੀਸ, ਜਿਹੜੇ 4 ਸੈਂਟਰਸ ਨੇ ਇਹਨਾਂ ਵਿੱਚੋਂ ਇਹ ਕਿਹੜਾ ਨਹੀਂ ਹੈ। ਤਾਂ ਜਿਹੜਾ ਸਲਬੋਨੀ, ਮੈਸੂਰ, ਦੇਵਾਸ, ਇਹਨਾਂ ਤਿੰਨਾਂ ਦੇ ਵਿੱਚ ਜਿਹੜੇ ਨੇ ਪ੍ਰਿੰਟਿੰਗ ਪ੍ਰੈਸਿਸ ਨੇ, ਪਰ ਜਿਹੜੇ ਹੈਦਰਾਬਾਦ ਦੀ ਗੱਲ ਕਰੀਏ ਤਾਂ ਇੱਥੇ ਕੋਇਨਸ ਮਿੰਟ ਕੀਤੇ ਜਾਂਦੇ, ਨਾ ਕਿ ਨੋਟਸ ਪ੍ਰਿੰਟ ਹੁੰਦੇ ਨੇ। ਤਾਂ ਇਹਦਾ ਆਨਸਰ ਆਊਗਾ ਹੈਦਰਾਬਾਦ, ਡੀ। ਤਾਂ ਹੁਣ ਗੱਲ ਕਰਦੇ ਹਾਂ ਡਿਪਾਰਟਮੈਂਟ ਆਫ ਕਰੰਸੀ ਮੈਨੇਜਮੈਂਟ ਦੀ। RBI ਦਾ ਜਿਹੜਾ ਡਿਪਾਰਟਮੈਂਟ ਹੈ ਇਹ ਹੈਜ਼ ਦੀ ਰਿਸਪੋਂਸੀਬਿਲਿਟੀ ਆਫ ਐਡਮਿਨਿਸਟਰਿੰਗ ਦੀ ਫੰਕਸ਼ਨਸ ਆਫ ਕਰੰਸੀ ਮੈਨੇਜਮੈਂਟ, ਅ ਕੋਰ ਫੰਕਸ਼ਨ ਆਫ RBI ਅੰਡਰ ਦੀ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934। ਤਾਂ 1934 ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਐਕਟ ਸੀ, ਉਹਦੇ ਅਕੋਰਡਿੰਗ ਕਰੰਸੀ ਨੂੰ ਮੈਨੇਜ ਕਰਨਾ ਕਿਹਦੀ ਰਿਸਪੋਂਸੀਬਿਲਿਟੀ ਹੈ? ਡਿਪਾਰਟਮੈਂਟ ਆਫ ਕਰੰਸੀ ਮੈਨੇਜਮੈਂਟ RBI ਦੀ। ਤਾਂ ਡਿਪਾਰਟਮੈਂਟ ਨੂੰ 4 ਥਾਵਾਂ ਤੋਂ ਕਰੰਸੀ ਰਿਸੀਵ ਹੁੰਦੀ ਹੈ, ਕਰੰਸੀ ਨੋਟਸ ਰਿਸੀਵ ਹੁੰਦੇ ਨੇ। 2 ਆਰ ਰਿਲੇਟਿਡ ਟੂ ਗਵਰਨਮੈਂਟ ਆਫ ਇੰਡੀਆ ਐਂਡ 2 ਆਰ owned by the reserve bank through its whole owned subsidiary। तो RBI ਦੇ ਅੰਦਰ ਇੱਕ ਸਬਸਿਡਰੀ ਕੰਪਨੀ ਹੈ ਦਾ ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਾ ਲਿਮਿਟਿਡ, BRBNML। ਤਾਂ ਉਹ ਸਬਸਿਡਰੀ ਦੇ ਰਾਹੀਂ 2 ਪ੍ਰਿੰਟਿੰਗ ਪ੍ਰੈਸਿਸ RBI ਕੋਲ ਵੀ ਨੇ ਨੋਟਸ ਪ੍ਰਿੰਟ ਕਰਨ ਦੀਆਂ। ਉਸ ਤੋਂ ਇਲਾਵਾ ਕੋਇਨਸ ਆਰ ਮਿੰਟਡ ਇਨ 4 ਮਿੰਟਸ ਔਨ ਬਾਈ ਦੀ ਗਵਰਨਮੈਂਟ ਆਫ ਇੰਡੀਆ। ਉਸ ਤੋਂ ਬਾਅਦ ਇਲਾਵਾ 4 ਟਕਸਾਲਾਂ ਨੇ ਜਿੱਥੇ ਕੋਇਨਸ ਨੂੰ ਬਣਾਇਆ ਜਾਂਦਾ ਹੈ। ਤਾਂ ਗੱਲ ਕਰਦੇ ਹਾਂ ਕਿਹੜੀ ਥਾਵਾਂ ਨੇ। ਤਾਂ 2 ਜਿਹੜੀਆਂ ਗਵਰਨਮੈਂਟ ਔਨਡ ਪ੍ਰੈਸਿਸ ਨੇ ਕਿ ਜਿੱਥੇ ਗਵਰਨਮੈਂਟ ਦੇ ਪ੍ਰੈਸਿਸ ਨੇ, ਉਹ ਹੈ ਇੱਕ ਨਾਸਿਕ ਦੇ ਵਿੱਚ ਤੇ ਇੱਕ ਹੈ ਦੇਵਾਸ ਦੇ ਵਿੱਚ। ਤੇ ਜੇ ਰਿਜ਼ਰਵ ਬੈਂਕ ਦੀ ਗੱਲ ਕਰੀਏ ਤਾਂ ਇੱਕ ਹੈ ਮੈਸੂਰ ਦੇ ਵਿੱਚ ਤੇ ਦੂਜੀ ਹੈ ਸੈਲਬੋਨੀ ਦੇ ਵਿੱਚ। ਤੇ ਜੇ ਕੋਇਨਸ ਦੀ ਗੱਲ ਕਰੀਏ ਇਹ ਵੀ ਗਵਰਨਮੈਂਟ ਔਨਡ ਨੇ, ਮੁੰਬਈ, ਹੈਦਰਾਬਾਦ, ਕੈਲਕੱਟਾ ਤੇ ਨੋਇਡਾ। ਤੇ ਤੁਸੀਂ ਛੋਟੀਆਂ ਚੀਜ਼ਾਂ ਯਾਦ ਰੱਖਣੀਆਂ ਨੇ। ਹੁਣ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। The first bank note issued by Reserve Bank of India in January 1938 was bearing the portrait of which of the following। ਤਾਂ ਇਹੋ ਜਿਹੇ ਕੁਐਸਚਨਸ ਵੈਸੇ ਪੇਪਰਾਂ ਦੇ ਵਿੱਚ ਘੱਟ ਹੀ ਆਉਂਦੇ ਨੇ, ਬਟ ਤੁਹਾਨੂੰ ਥੋੜ੍ਹੀ ਤਿਆਰੀ ਰੱਖਣੀ ਚਾਹੀਦੀ ਹੈ ਇਹੋ ਜਿਹੇ ਕੁਐਸਚਨਸ ਦੀ ਵੀ। ਤਾਂ ਜਿਹੜਾ ਫਸਟ ਬੈਂਕ ਨੋਟ ਹੈ ਉਹ ਰਿਜ਼ਰਵ ਬੈਂਕ ਆਫ ਇੰਡੀਆ ਨੇ 1938 ਦੇ ਵਿੱਚ ਇਸ਼ੂ ਕੀਤਾ ਸੀ। ਤਾਂ ਉਸ ਦੇ ਉੱਤੇ ਕਿਸ ਰਾਜੇ ਦੀ ਜਾਂ ਕਿਸ ਰਾਣੀ ਦੀ ਫੋਟੋ ਲੱਗੀ ਹੋਈ ਹੈ। ਅਤੇ 4 ਆਪਸ਼ਨਸ ਦਿੱਤੀਆਂ ਹੋਈਆਂ ਨੇ ਤੁਹਾਨੂੰ। ਤਾਂ ਤੁਹਾਨੂੰ ਮੈਂ ਦੱਸ ਦੇਵਾਂ, ਜੇ RBI ਜੋ ਹੈ ਉਹ ਸੈਟਅਪ ਕੀਤੀ ਗਈ ਸੀ ਇਨ 1935 ਐਂਡ ਐਮਪਾਵਰਡ ਟੂ ਇਸ਼ੂ ਗਵਰਨਮੈਂਟ ਆਫ ਇੰਡੀਆ ਨੋਟਸ, ਤਾਂ ਕਿ ਗਵਰਨਮੈਂਟ ਆਫ ਇੰਡੀਆ ਦੇ ਨੋਟਸ ਉਹ ਪ੍ਰਿੰਟ ਕਰ ਸਕੇ। ਈਵਨ ਉਹਨੇ 10,000 ਰੁਪਏ ਦਾ ਨੋਟ ਵੀ ਪ੍ਰਿੰਟ ਕੀਤਾ ਸੀ, ਜਿਹੜਾ ਬਾਅਦ 'ਚੋਂ ਡੀਮੋਨੀਟਾਈਜ਼ ਕਰ ਦਿੱਤਾ ਗਿਆ, ਬਾਅਦ 'ਚੋਂ ਖ਼ਤਮ ਕਰ ਦਿੱਤਾ ਗਿਆ। ਅਤੇ ਗੱਲ ਕਰੀਏ ਜੇ ਫਸਟ ਪੇਪਰ ਕਰੰਸੀ ਦੀ ਜੋ RBI ਨੇ ਇਸ਼ੂ ਕੀਤੀ ਸੀ ਵਾਜ਼ ਦਾ 5 ਰੁਪੀ ਨੋਟ, 5 ਰੁਪੀਜ਼ ਦਾ ਨੋਟ ਸੀ, ਬੀਅਰਿੰਗ ਕਿੰਗ ਜਾਰਜ 6 ਪੋਰਟਰੇਟ। ਤਾਂ ਜਾਰਜ 6 ਦਾ ਪੋਰਟਰੇਟ ਲੱਗਿਆ ਹੋਇਆ ਸੀ ਉਹਦੇ ਉੱਤੇ ਇਨ ਦੀ ਜਨਵਰੀ 1938। ਤਾਂ RBI ਨੇ ਜੋ ਪਹਿਲੀ ਕਰੰਸੀ ਪਹਿਲਾ ਪੇਪਰ ਪਬਲਿਸ਼ ਕੀਤਾ ਸੀ ਉਹ 5 ਰੁਪਏ ਦਾ ਨੋਟ ਸੀ, ਔਨ ਬੀਅਰਿੰਗ ਕਿੰਗ ਜਾਰਜ 6 ਪੋਰਟਰੇਟ ਇਨ ਜਨਵਰੀ 1938। ਤਾਂ ਇਹਦਾ ਆਨਸਰ ਆਊਗਾ A, ਜਾਰਜ 6। ਹੁਣ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਲਿਖਿਆ ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਦੀ ਹਾਈ ਪਾਵਰਡ ਮਨੀ, ਕਿ ਜਿਹੜੀ ਹਾਈ ਪਾਵਰਡ ਮਨੀ ਹੈ ਇਹ ਕੀ ਹੁੰਦੀ ਹੈ। ਤਾਂ ਇਹਦੇ ਵਿੱਚ ਸਟੇਟਮੈਂਟਸ ਦੇ ਵਿੱਚ ਲਿਖਿਆ ਗਿਆ, ਚਲੋ ਪਹਿਲਾਂ ਤੁਹਾਨੂੰ ਮੈਂ ਹਾਈ ਪਾਵਰਡ ਮਨੀ ਦਾ ਮਤਲਬ ਦੱਸ ਦਿੰਦਾ, ਤੁਹਾਨੂੰ ਸਮਝਣਾ ਸੌਖਾ ਹੋ ਜਾਊਗਾ ਕਿ ਹਾਈ ਪਾਵਰਡ ਮਨੀ ਹੁੰਦੀ ਕੀ ਹੈ। ਤਾਂ ਬੇਸਿਕਲੀ ਆਪਣੇ ਕੋਲ ਮਨੀ ਸਪਲਾਈ ਨੂੰ ਮੈਜ਼ਰ ਕਰਨ ਦੇ ਬਹੁਤ ਸਾਰੇ ਅੱਡ-ਅੱਡ ਤਰੀਕੇ ਨੇ ਕਿ ਕਿਸ ਤਰੀਕੇ ਨਾਲ ਮਨੀ ਸਪਲਾਈ ਨੂੰ ਮੈਜ਼ਰ ਕੀਤਾ ਜਾਵੇ। The total stock of money in circulation among the public at a particular point of time is called money supply। ਕਿ ਕਿੰਨੇ ਪੈਸਿਆਂ ਦੀ ਸਪਲਾਈ ਆ ਉਹ ਇਸ ਹਿਸਾਬ ਨਾਲ ਦੇਖਦੇ ਹਾਂ ਆਪਾਂ ਕਿ ਪਬਲਿਕ ਕੋਲੇ ਕਿਸੇ ਪਰਟੀਕੂਲਰ ਪੁਆਇੰਟ ਆਫ ਟਾਈਮ 'ਤੇ ਕਿੰਨੇ ਪੈਸੇ ਅਵੇਲੇਬਲ ਨੇ, ਕਿੰਨੇ ਰੁਪਏ ਅਵੇਲੇਬਲ ਨੇ। ਤਾਂ ਮੈਜ਼ਰਸ ਆਫ ਮਨੀ ਸਪਲਾਈ ਇਨ ਇੰਡੀਆ ਆਰ ਕਲਾਸੀਫਾਈਡ ਇਨਟੂ 4 ਕੈਟੇਗਰੀਜ਼। 4 ਤਰੀਕਿਆਂ ਨਾਲ ਮਨੀ ਸਪਲਾਈ ਨੂੰ ਆਪਾਂ ਫਿਗਰ ਆਊਟ ਕਰਦੇ ਹਾਂ, M1, M2, M3, M4। ਇਹਨਾਂ ਉੱਤੇ ਵੀ ਕੁਐਸਚਨ ਆਇਆ ਹੋਇਆ, ਤਾਂ ਇਹਨਾਂ ਨੂੰ ਆਪਾਂ ਉੱਥੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਅਲੋਂਗ ਵਿਦ M0। ਅਤੇ ਇੱਕ 5ਵਾਂ ਮੈਜ਼ਰ ਹੈ ਦੈਟ ਇਜ਼ M0। ਅਤੇ ਕਲਾਸੀਫਿਕੇਸ਼ਨ ਸੀ ਜਿਹੜੀ ਇਹ ਇੰਟਰੋਡਿਊਸ ਕੀਤੀ ਸੀ RBI ਨੇ ਇਨ ਦੀ 1977, ਤਾਂ 1977 ਦੇ ਵਿੱਚ ਇੰਟਰੋਡਿਊਸ ਕਰੀ ਸੀ। ਤਾਂ ਜਿਹੜਾ M0 ਹੈ ਇਹਨੂੰ ਕਹਿੰਦੇ ਨੇ ਰਿਜ਼ਰਵ ਮਨੀ, ਜਾਂ ਫਿਰ ਇਹਨੂੰ ਹਾਈ ਪਾਵਰਡ ਮਨੀ ਕਿਹਾ ਜਾਂਦਾ ਹੈ, ਜਾਂ ਫਿਰ ਇਹਨੂੰ ਮੋਨੇਟਰੀ ਬੇਸ ਕਿਹਾ ਜਾਂਦਾ, ਜਾਂ ਫਿਰ ਬੇਸ ਮਨੀ। ਅਤੇ ਇਹਦੇ 4-5 ਨਾਮ ਨੇ, ਸਾਰੇ ਯਾਦ ਰੱਖਣੇ ਨੇ। ਰਿਜ਼ਰਵ ਮਨੀ, M0, ਹਾਈ ਪਾਵਰਡ ਮਨੀ, ਮੋਨੇਟਰੀ ਬੇਸ ਅਤੇ ਬੇਸ ਮਨੀ।
ਤਾਂ ਉਹਨੇ ਹੁੰਦੀ ਕਿਸ ਦੇ ਬਰਾਬਰ ਹੈ, ਕਰੰਸੀ ਇਨ ਸਰਕੂਲੇਸ਼ਨ, ਕਿ ਕਿੰਨੇ ਪੈਸੇ ਸਰਕੂਲੇਸ਼ਨ ਦੇ ਵਿੱਚ ਨੇ, ਬੈਂਕਰਸ ਡਿਪੋਜ਼ਿਟ ਵਿਦ ਦੀ RBI, ਕਿੰਨੇ ਪੈਸੇ ਬੈਂਕਾਂ ਦੇ RBI ਦੇ ਕੋਲ ਨੇ, ਐਂਡ ਅਦਰ ਡਿਪੋਜ਼ਿਟਸ ਵਿਦ ਦੀ RBI, ਅਤੇ ਕਿੰਨੇ ਪੈਸੇ ਹੋਰ RBI ਕੋਲ ਅਲੱਗ-ਅਲੱਗ ਥਾਵਾਂ ਤੋਂ ਡਿਪੋਜ਼ਿਟ ਨੇ। ਤਾਂ ਇਹ ਸਾਰੀ ਹੁੰਦੀ ਹੈ ਇਹ ਹਾਈ ਪਾਵਰਡ ਮਨੀ ਜਾਂ ਫਿਰ ਰਿਜ਼ਰਵ ਮਨੀ ਜਾਂ ਫਿਰ ਬੇਸ ਮਨੀ। ਤਾਂ ਹੁਣ ਕੁਐਸਚਨ 'ਤੇ ਆਉਂਦੇ ਹਾਂ ਕਿ ਇਹਨਾਂ ਨੇ ਕੁਝ ਸਟੇਟਮੈਂਟਸ ਪੁੱਛਿਆ ਨੇ ਕਿ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਹਾਈ ਪਾਵਰਡ ਮਨੀ ਦੇ ਰਿਗਾਰਡਿੰਗ ਹੈ। ਇਟ ਇਜ਼ ਦੀ ਟੋਟਲ ਲਾਇਬਿਲਿਟੀ ਆਫ ਮੋਨੇਟਰੀ ਅਥਾਰਟੀ ਆਫ ਇੰਡੀਆ। ਤਾਂ ਇਹ ਟੋਟਲ ਲਾਇਬਿਲਿਟੀ ਹੈ ਮੋਨੇਟਰੀ ਅਥਾਰਟੀ ਆਫ ਇੰਡੀਆ, ਦੈਟ ਇਜ਼ RBI ਦੀ। ਤਾਂ ਬਿਲਕੁਲ ਸਹੀ ਹੈ, ਕਿਉਂਕਿ ਕਰੰਸੀ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਲਿਖਿਆ ਹੁੰਦਾ ਕਿ ਉਹ ਹਰ ਇੱਕ ਨੂੰ ਗਰੰਟੀ ਦਿੰਦੇ ਨੇ ਕਿ ਉਹਨੂੰ ਇਕੁਅਲ ਅਮਾਊਂਟ ਆਫ ਪੈਸੇ ਪੇ ਕੀਤੇ ਜਾਣਗੇ ਬਾਏ RBI। ਦੈਨ ਇਟ ਕੰਸਿਸਟ ਆਫ ਕਰੰਸੀ, ਨੋਟਸ ਐਂਡ coins in circulation with the public and vault cash of commercial banks and the deposits held by government of India and commercial banks with the RBI। ਤਾਂ ਸਟੇਟਮੈਂਟ ਬਿਲਕੁਲ ਸਹੀ ਹੈ। ਲਾਈਕ ਆਪਾਂ ਨੇ ਸਲਾਈਡ 'ਚ ਡਿਸਕਸ ਕਰਿਆ ਸੀ ਕਿ M0 ਕਿਹਦੇ ਬਰਾਬਰ ਹੈ, ਤਾਂ ਉਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਸਾਰੀਆਂ ਚੀਜ਼ਾਂ ਹੀ ਕਵਰ ਅਪ ਹੋ ਜਾਂਦੀਆਂ ਨੇ। ਦੈਨ the deposits are not refundable by RBI on demand from deposit holders। ਤਾਂ ਇਹ ਸਟੇਟਮੈਂਟ ਗਲਤ ਹੈ, ਇਹ ਮਨੀ ਰਿਫੰਡੇਬਲ ਹੈ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹਦੇ ਉੱਤੇ ਲਿਖਿਆ ਹੁੰਦਾ ਕਿ ਉਹ ਜਿਹੜਾ ਵੀ ਡਿਮਾਂਡ ਕਰੂਗਾ ਉਹਨੂੰ ਇਕੁਅਲ ਅਮਾਊਂਟ ਆਫ ਪੇਮੈਂਟ ਕਰਨਗੇ, RBI ਉਹਨੂੰ ਇਕੁਅਲ ਅਮਾਊਂਟ ਆਫ ਪੇਮੈਂਟ ਕਰੂਗੀ। ਅਤੇ ਇਹਦਾ ਸਹੀ ਆਨਸਰ ਆਊਗਾ B 1 and 2। ਤਾਂ ਹੁਣ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਇਟ ਇਜ਼ ਅਬਾਊਟ ਦੀ ਮੈਨੇਜਡ floating exchange rate system। Consider the following statements regarding managed floating exchange rate system। ਤਾਂ ਇਹ floating exchange rate system ਕੀ ਹੁੰਦਾ ਹੈ? ਤਾਂ exchange rate ਦੀ ਜੇ ਆਪਾਂ ਗੱਲ ਕਰੀਏ ਤਾਂ ਬੇਸਿਕਲੀ 3 ਤਰ੍ਹਾਂ ਦੇ exchange rate ਹੁੰਦੇ ਨੇ। ਜਿਵੇਂ ਆਪਾਂ ਡਾਲਰ ਹੈ ਆਪਣੇ ਕੋਲੇ, ਤਾਂ ਉਹਨੂੰ ਆਪਾਂ ਰੁਪੀਜ਼ ਦੇ ਵਿੱਚ ਕਨਵਰਟ ਕਰਨਾ ਹੈ। ਤਾਂ ਸਪੋਜ਼ ਕਰੋ ਅਰਾਊਂਡ 75 ਰੁਪੀਜ਼ ਦਾ ਡਾਲਰ ਹੈ। ਤਾਂ ਇਹ ਐਕਸਚੇਂਜ ਰੇਟ ਕਿਵੇਂ ਬਣਿਆ, ਕਿੱਥੋਂ ਬਣਿਆ? ਤਾਂ ਇਹਨੂੰ ਦੇਖਣ ਦੇ 3 ਤਰੀਕੇ ਨੇ ਕਿ ਕਿਸ ਤਰੀਕੇ ਨਾਲ ਬਣ ਸਕਦਾ। ਸਭ ਤੋਂ ਪਹਿਲਾਂ ਹੁੰਦਾ ਫਿਕਸਡ ਐਕਸਚੇਂਜ ਰੇਟ, ਜਿੱਥੇ ਐਕਸਚੇਂਜ ਰੇਟ ਕਦੇ ਵੀ ਚੇਂਜ ਨਾ ਹੁੰਦਾ ਹੋਵੇ। ਦੇਰ ਇਜ਼ ਕੰਪਲੀਟ ਗੌਰਮੈਂਟ ਇੰਟਰਵੈਂਸ਼ਨ ਇਨ ਦੀ ਫੋਰਨ ਐਕਸਚੇਂਜ ਮਾਰਕੀਟਸ। ਤਾਂ ਕਈ ਵਾਰ ਕੀ ਹੁੰਦਾ ਕਿ ਆਪਾਂ ਫਿਕਸ ਕਰ ਦਿੰਦੇ ਕਿਸੇ ਦੇਸ਼ ਦੀ ਕਰੰਸੀ ਨੂੰ ਦੂਸਰੇ ਦੇਸ਼ ਦੀ ਕਰੰਸੀ ਦੇ ਨਾਲ। ਲਾਈਕਵਾਈਜ਼ ਭੂਟਾਨ ਦੀ ਅੱਜ ਦੇ ਟਾਈਮ ਦੀ ਕਰੰਸੀ ਦੇਖੀਏ ਤਾਂ ਇੰਡੀਅਨ ਦੀ ਕਰੰਸੀ ਨਾਲ ਫਿਕਸ ਹੈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਫਿਕਸ ਐਕਸਚੇਂਜ ਰੇਟ। ਤਾਂ ਕੋਈ ਵੀ ਡਿਮਾਂਡ ਸਪਲਾਈ ਦੇ ਚੇਂਜ ਆਉਣ ਨਾਲ ਜਾਂ ਫਿਰ ਮੰਦੀ ਆਉਣ ਨਾਲ ਤਾਂ ਉਹ 'ਤੇ ਕੋਈ ਵੀ ਇੰਪੈਕਟ ਨਹੀਂ ਪੈਣ ਵਾਲਾ, ਉਹਦੀ ਵੈਲਿਊ ਸੇਮ ਰਹਿੰਦੀ ਹੈ। ਦੈਨ ਦੇਰ ਇਜ਼ ਫਲੋਟਿੰਗ ਐਕਸਚੇਂਜ ਰੇਟ ਸਿਸਟਮ, ਜਿਹਦੇ ਵਿੱਚ ਕੀ ਹੁੰਦਾ ਕਿ ਐਕਸਚੇਂਜ ਰੇਟ ਦੀ ਵੈਲਿਊ ਚੇਂਜ ਹੁੰਦੀ ਰਹਿੰਦੀ ਹੈ। ਜੇ ਡਿਮਾਂਡ ਜਿਸ ਚੀਜ਼ ਦੀ ਜ਼ਿਆਦਾ ਹੈ ਉਸ ਦੀ ਵੈਲਿਊ ਵੱਧ ਜਾਂਦੀ ਹੈ, ਅਤੇ ਜਿਸ ਚੀਜ਼ ਦੀ ਡਿਮਾਂਡ ਘੱਟ ਹੈ ਤਾਂ ਉਸ ਦੀ ਵੈਲਿਊ ਘੱਟ ਜਾਂਦੀ ਹੈ। ਜਿਵੇਂ ਤੁਸੀਂ ਦੇਖਿਆ ਹੋਣਾ ਅਕਸਰ ਕਿ ਜੋ ਰੁਪਈ ਹੈ ਉਹਦੀ ਵੈਲਿਊ ਘੱਟਦੀ ਰਹਿੰਦੀ ਹੈ ਟਾਈਮ ਨਾਲ ਡਾਲਰ ਦੇ ਕੰਪੈਰੀਜ਼ਨ 'ਚ। ਇਹਦਾ ਮਤਲਬ ਡਾਲਰ ਦੀ ਜਿਹੜੀ ਡਿਮਾਂਡ ਹੈ ਉਹ ਜ਼ਿਆਦਾ ਹੈ ਐਜ਼ ਕੰਪੇਅਰ ਟੂ ਰੁਪਈ ਦੀ ਡਿਮਾਂਡ ਨਾਲੋਂ। ਦੈਨ ਗੱਲ ਕਰਦੇ ਹਾਂ ਮੈਨੇਜਡ ਫਲੋਟਿੰਗ ਐਕਸਚੇਂਜ ਰੇਟ। ਤਾਂ ਮੈਨੇਜਡ ਫਲੋਟਿੰਗ ਐਕਸਚੇਂਜ ਰੇਟ ਕੀ ਹੁੰਦਾ? ਤਾਂ ਇਸ ਕੇਸ ਦੇ ਵਿੱਚ ਹੁੰਦਾ ਕਿ ਵੈਸੇ ਤਾਂ ਜਿਹੜੀਆਂ ਕਰੰਸੀ ਹੈ ਉਹ ਫਰੀ ਹੈ, ਉਹ ਡਿਮਾਂਡ ਅਤੇ ਸਪਲਾਈ ਮੁਤਾਬਿਕ ਵੱਧਦੀ ਘੱਟਦੀ ਰਹਿੰਦੀ ਹੈ। ਬਟ ਜੇ ਇਨ ਕੇਸ ਕੋਈ ਐਕਸਟਰੀਮ ਕੰਡੀਸ਼ਨ ਆ ਜਾਵੇ, ਕੋਈ ਇਹੋ ਜਿਹਾ ਟਾਈਮ ਆ ਜਾਵੇ ਜਿੱਥੇ ਕੋਈ ਡਿਫੀਕਲਟ ਸਿਚੁਏਸ਼ਨ ਆ ਗਈ, ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਜਾਂ ਸੈਂਟਰਲ ਬੈਂਕ ਆਫ ਦੀ ਕੰਟਰੀ ਕੈਨ ਇੰਟਰਵੀਨ ਟੂ ਸਟੇਬਲਾਈਜ਼ ਦੀ ਐਕਸਚੇਂਜ ਰੇਟ। ਕਿ ਸਪੋਜ਼ ਕਰੋ ਰੁਪਏ ਦੀ ਵੈਲਿਊ ਗਿਰਨੀ ਸ਼ੁਰੂ ਹੋ ਜਾਏ, ਅੱਜ 60 ਹੈ, ਕੱਲ੍ਹ ਨੂੰ 62 ਹੋ ਗਈ, ਫਿਰ 65 ਹੋ ਗਈ, ਫਿਰ 70 ਹੋ ਗਈ, ਤਾਂ ਸੈਂਟਰਲ ਬੈਂਕ ਯਾਨੀ ਕਿ RBI ਵਿੱਚ ਇੰਟਰਵੀਨ ਕਰੂਗਾ ਤਾਂ ਕਿ ਹੋਰ ਜ਼ਿਆਦਾ ਕਰੰਸੀ ਨੂੰ ਗਿਰਨ ਤੋਂ ਰੋਕਿਆ ਜਾ ਸਕੇ। ਅੰਡਰ ਸੱਚ ਅ system the exchange is allowed to move freely and determined by the forces of market, but when difficult situation arises central banks intervene। ਤਾਂ ਹੁਣ ਆਪਾਂ ਕੁਐਸਚਨ 'ਤੇ ਆ ਜਾਂਦੇ ਹਾਂ ਕਿ ਕੁਐਸਚਨ ਦੇ ਵਿੱਚ ਕੀ ਲਿਖਿਆ? ਇਟ ਇਜ਼ ਅ ਮਿਕਸਚਰ ਆਫ ਫਿਕਸਡ ਐਂਡ ਫਲੈਕਸੀਬਲ ਐਕਸਚੇਂਜ ਰੇਟ ਸਿਸਟਮ। ਤਾਂ ਸਟੇਟਮੈਂਟ ਬਿਲਕੁਲ ਸਹੀ ਹੈ। ਦੈਨ ਇਟ ਇਜ਼ ਆਲਸੋ ਕਾਲਡ ਐਜ਼ ਡਰਟੀ ਫਲੋਟਿੰਗ। ਤਾਂ ਇਹ ਵੀ ਸਟੇਟਮੈਂਟ ਬਿਲਕੁਲ ਸਹੀ ਹੈ ਕਿ ਇਹਨੂੰ ਡਰਟਿੰਗ ਫਲੋਟਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੈਨ India's exchange rate policy has not yet shifted to managed floating exchange rate system। ਇਹ ਸਟੇਟਮੈਂਟ ਗਲਤ ਹੈ। ਟਾਈਮ ਟੂ ਟਾਈਮ ਬਾਹਰਲੇ ਦੇਸ਼ਾਂ ਦੇ ਸੈਂਟਰਲ ਬੈਂਕ ਕਹਿੰਦੇ ਨੇ ਕਿ ਇੰਡੀਆ ਆਪਣੇ ਐਕਸਚੇਂਜ ਰੇਟ ਨੂੰ ਮੈਨੇਜ ਕਰਦਾ ਜਾਣਬੁੱਝ ਕੇ, ਇਸ ਤਰੀਕੇ ਨਾਲ ਕਿ ਇੰਡੀਆ ਨੂੰ ਮੈਕਸੀਮਮ ਪ੍ਰੋਫਿਟ ਹੋ ਸਕਣ। ਦੈਨ ਅੰਡਰ ਦਿਸ ਸਿਸਟਮ ਦਾ ਗਵਰਨਮੈਂਟ ਸੈਂਟਰਲ ਬੈਂਕਸ ਡੂ ਨਾਟ ਇੰਟਰਵੀਨ ਟੂ ਬਾਏ and sell foreign currencies in an attempt to moderate exchange rate movements। ਤਾਂ
स्टेटमेंट ਦੇ ਵਿੱਚ ਲਿਖਿਆ ਕਿ ਇਹ ਗਲਤ ਸਟੇਟਮੈਂਟ ਹੈ ਕਹਿਣਾ ਕਿ ਇਹਦੇ ਵਿੱਚ ਸੈਂਟਰਲ ਬੈਂਕ ਇੰਟਰਵੀਨ ਨਹੀਂ ਕਰਦੇ, ਪਰ ਤੁਹਾਨੂੰ ਮੈਂ ਦੱਸਿਆ ਸੀ ਕਿ ਸੈਂਟਰਲ ਬੈਂਕ ਇੰਟਰਵੀਨ ਕਰਦੇ ਨੇ, ਇਹਦਾ ਮਤਲਬ ਇਹ ਸਟੇਟਮੈਂਟ ਗਲਤ ਹੈ। ਤਾਂ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਇਹਨਾਂ ਵਿੱਚੋਂ ਕਿਹੜੀਆਂ ਸਟੇਟਮੈਂਟਸ ਗਲਤ ਨੇ, ਆਰ ਨਾਟ ਕਰੈਕਟ। ਤਾਂ ਤੀਜੀ ਅਤੇ ਚੌਥੀ ਸਟੇਟਮੈਂਟ ਹੈ ਜਿਹੜੀਆਂ ਗਲਤ ਨੇ, ਤਾਂ ਆਨਸਰ ਆਊਗਾ ਇਹਦਾ D 3 and 4। ਹੁਣ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਇਟ ਇਜ਼ ਅਬਾਊਟ ਦੀ GST ਗੁਡਸ ਐਂਡ ਸਰਵਿਸਿਜ਼ ਟੈਕਸ is the next logical step towards comprehensive indirect tax reforms in the country, consider the following statements। ਤਾਂ ਜਿਹੜਾ GST ਹੈ ਉਹ ਇੱਕ indirect tax reform ਹੈ, ਅਤੇ ਇਹਦੇ ਵਿੱਚ ਇਹ ਸਟੇਟਮੈਂਟਸ ਨੂੰ ਆਪਾਂ ਦੇਖ ਕੇ ਦੱਸਣਾ ਕਿਹੜੀਆਂ ਸਹੀ ਹੈ ਕਿਹੜੀਆਂ ਗਲਤ ਨੇ। with the introduction of GST the burden of central state taxes will be removed। ਤਾਂ GST ਦੇ ਨਾਲ CST ਖਤਮ ਹੋ ਜਾਊਗਾ, ਸੈਂਟਰਲ ਸੇਲ ਟੈਕਸ ਖਤਮ ਹੋ ਜਾਊਗਾ। ਤਾਂ ਸਟੇਟਮੈਂਟ ਬਿਲਕੁਲ ਸਹੀ ਹੈ, ਕਿਉਂਕਿ ਬਹੁਤ ਸਾਰੇ ਟੈਕਸਿਸ ਨੂੰ ਮਰਜ ਕਰਕੇ ਹੀ GST ਬਣੂਗਾ, ਬਹੁਤ ਸਾਰੇ ਇਨਡਾਇਰੈਕਟ ਟੈਕਸਿਸ ਨੂੰ ਮਰਜ ਕਰਨਾ ਹੀ ਪਊਗਾ। ਤਾਂ ਇਹ ਸਟੇਟਮੈਂਟ ਸਹੀ ਹੈ। ਦੈਨ ਫॉर ਇੰਟਰੋਡਕਸ਼ਨ ਆਫ GST ਐਟ ਸਟੇਟ ਲੈਵਲ ਸਟੇਟਸ ਸ਼ੁੱਡ ਬੀ ਗਿਵਨ ਦੀ ਪਾਵਰ ਟੂ ਲਿਵਾਈ ਟੈਕਸ ਔਨ ਸਰਵਿਸਿਜ਼। ਤਾਂ GST ਦੀ ਇੰਟਰੋਡਕਸ਼ਨ ਲਈ ਸਟੇਟਸ ਨੂੰ ਪਾਵਰ ਦੇਣੀ ਪਊਗੀ ਤਾਂ ਕਿ ਉਹ ਸਰਵਿਸਿਜ਼ ਦੇ ਉੱਤੇ ਵੀ ਟੈਕਸ ਲਾ ਸਕਣ। ਇਹ ਵੀ ਸਟੇਟਮੈਂਟ ਬਿਲਕੁਲ ਸਹੀ ਹੈ, ਕਿਉਂਕਿ ਉਸ ਤੋਂ ਪਹਿਲਾਂ ਕੀ ਹੁੰਦਾ ਸੀ, ਜੋ ਸਰਵਿਸਿਜ਼ ਹੈ ਉਹਦੇ ਉੱਤੇ ਸਿਰਫ ਸੈਂਟਰ ਹੀ ਟੈਕਸ ਲਾ ਸਕਦੀ ਸੀ, ਕਿਉਂਕਿ ਜੋ ਕੌਨਸਟੀਟਿਊਸ਼ਨ ਹੈ ਉਹਦੀ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਸ਼ੈਡਿਊਲ 7 ਦੇ ਲਿਸਟ 1 ਦੇ ਵਿੱਚ 97th ਐਂਟਰੀ ਹੈ ਜੋ ਕਹਿੰਦੀ ਹੈ ਕਿ ਜਿਹੜੀ ਸਰਵਿਸਿਜ਼ ਨੇ ਉਹ ਸਿਰਫ ਸੈਂਟਰਲ ਗੌਰਮੈਂਟ ਦੇ ਕੋਲ ਹੀ ਪਾਵਰ ਹੈ ਉਹਨਾਂ ਨੂੰ ਟੈਕਸੇਸ਼ਨ ਕਰਨ ਦੀ। ਤਾਂ ਬਿਲਕੁਲ ਉਹਨਾਂ ਵਿੱਚ ਚੇਂਜ ਕਰਨਾ ਪਿਆ। ਤਾਂ ਸਹੀ ਸਟੇਟਮੈਂਟ ਆਨਸਰ ਹੈ C ਬੋਥ 1 and 2। ਤਾਂ ਉਸ ਤੋਂ ਇਲਾਵਾ GST ਦੇ ਵਿੱਚ ਆਪਾਂ ਹੋਰ ਦੇਖਦੇ ਹਾਂ ਕਿ ਕਿਹੜੇ ਸੈਂਟਰਲ ਟੈਕਸ ਮਰਜ ਕੀਤੇ ਗਏ। ਵਨ ਇਜ਼ ਸੈਂਟਰਲ ਐਕਸਾਈਜ਼ ਡਿਊਟੀ, ਦੈਨ ਡਿਊਟੀਜ਼ ਆਫ ਐਕਸਾਈਜ਼ ਔਨ ਮੈਡੀਸਨਲ ਐਂਡ ਟੋਇਲਟ ਪ੍ਰੈਪਰੇਸ਼ਨਸ, ਦੈਨ ਐਡੀਸ਼ਨਲ ਡਿਊਟੀਜ਼ ਆਫ ਐਕਸਾਈਜ਼, ਦੈਨ ਸਰਵਿਸ ਟੈਕਸ। ਤਾਂ ਇਸमें ਬਹੁਤ ਸਾਰੇ ਟੈਕਸ ਨੇ ਜਿਹੜੇ GST ਦੇ ਵਿੱਚ ਮਰਜ ਹੋ ਗਏ ਵਿਦ ਦੀ ਕਮਿੰਗ ਆਫ GST। ਤਾਂ ਨੈਕਸਟ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਮੈਜ਼ਰਸ ਵੁੱਡ ਕੰਟਰੀਬਿਊਟ ਟੂ ਇਨਫਲੇਸ਼ਨ ਮੋਰ। ਇਹਨਾਂ ਵਿੱਚੋਂ ਕਿਹੜਾ ਮੈਜ਼ਰ ਇਨਫਲੇਸ਼ਨ ਨੂੰ ਜ਼ਿਆਦਾ ਕੰਟਰੀਬਿਊਟ ਕਰੇਗਾ। ਰੀਪੇਮੈਂਟ ਆਫ ਪਬਲਿਕ ਡੈਟ, ਕਿ ਜਿਹੜਾ ਲੋਕਾਂ ਤੋਂ ਲੋਨ ਲਿਆ ਹੋਇਆ ਪਬਲਿਕ ਡੈਟ ਹੈ ਉਹਨੂੰ ਰੀਪੇ ਕਰ ਦਿੱਤਾ, ਤਾਂ ਇਹ ਗਲਤ ਹੈ ਸਟੇਟਮੈਂਟ। ਦੈਨ ਬੋਰਿੰਗ ਫਰੋਮ ਪਬਲਿਕ ਟੂ ਫਾਈਨਾਂਸ ਬਜਟ ਡੈਫੀਸਿਟ, ਕਿ ਲੋਕਾਂ ਤੋਂ ਬੌਂਡਸ ਇਸ਼ੂ ਕਰਕੇ ਪਬਲਿਕ ਤੋਂ ਬੌਂਡਸ ਇਸ਼ੂ ਕਰਕੇ ਉਹਨਾਂ ਨੇ ਫਾਈਨਾਂਸ ਕਰ ਲਿਆ ਬਜਟ ਡੈਫੀਸਿਟ ਨੂੰ, ਤਾਂ ਇਸ ਨਾਲ ਵੀ ਕੋਈ ਇਨਫਲੇਸ਼ਨ ਇਨਕਰੀਜ਼ ਨਹੀਂ ਹੁੰਦੀ। ਦੈਨ ਰਿਡਿਊਸਿੰਗ ਫਿਸਕਲ ਡੈਫੀਸਿਟ, ਕਿ ਸਰਕਾਰ ਨੇ ਆਪਣੇ ਘਾਟਿਆਂ ਨੂੰ ਘਟਾ ਦਿੱਤਾ, ਇਸ ਨਾਲ ਵੀ ਇਨਫਲੇਸ਼ਨ ਦੇ ਉੱਤੇ ਕੋਈ ਜ਼ਿਆਦਾ ਇੰਪੈਕਟ ਨਹੀਂ ਹੁੰਦਾ। ਦੈਨ ਕ੍ਰੀਏਟਿੰਗ ਨਿਊ ਮਨੀ ਟੂ ਫਾਈਨਾਂਸ ਬਜਟ ਡੈਫੀਸਿਟ, ਕਿ ਨਵੀਂ ਨੋਟ ਕਰੰਸੀ ਪ੍ਰਿੰਟ ਕਰ ਲਈ ਸਰਕਾਰ ਨੇ ਆਪਣੇ ਬਜਟ ਡੈਫੀਸਿਟ ਨੂੰ ਫਾਈਨਾਂਸ ਕਰਨ ਲਈ। ਤਾਂ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਜਦੋਂ ਵੀ ਮਾਰਕੀਟ ਦੇ ਵਿੱਚ ਨਵੀਂ ਕਰੰਸੀ ਪ੍ਰਿੰਟ ਹੋ ਕੇ ਆਉਂਦੀ ਹੈ ਤਾਂ ਇਨਫਲੇਸ਼ਨ ਵੱਧ ਜਾਂਦੀ ਹੈ। ਤਾਂ ਗੱਲ ਕਰਦੇ ਹਾਂ ਇਫੈਕਟ ਆਫ ਪ੍ਰਿੰਟਿੰਗ ਮਨੀ ਔਨ ਦੀ ਇਕੋਨਮੀ। If a government prints money faster than the growth of real output, it reduces the value of money। ਜੇ ਗਵਰਨਮੈਂਟ ਜ਼ਿਆਦਾ ਪ੍ਰਿੰਟ ਕਰੂਗੀ ਤਾਂ ਵੈਲਿਊ ਮਨੀ ਦੀ ਘੱਟ ਹੋ ਜਾਊਗੀ, ਐਂਡ ਦਸ ਇਨਵੇਰੀਏਬਲੀ ਕਾਜ਼ਿਸ ਇਨਫਲੇਸ਼ਨ, ਜਿਸ ਦੇ ਨਾਲ ਮਹਿੰਗਾਈ ਹੋ ਜਾਊਗੀ। ਸਪੋਜ਼ ਕਰੋ ਕਿ ਅੱਜ ਦੇਰ ਆਰ 100 ਪੀਸਿਸ ਆਫ ਪੈਕਟਸ ਆਫ ਬ੍ਰੈਡ, 100 ਬ੍ਰੈਡ ਦੇ ਪੈਕਟ ਨੇ, ਉਹਨਾਂ ਨੂੰ ਲੋਕ 10 ਰੁਪਏ ਪਰ ਪੈਕਟ 'ਤੇ ਖਰੀਦ ਰਹੇ ਨੇ। ਇੱਕ ਪੈਕਟ ਬ੍ਰੈਡ ਦਾ ਲੋਕ 10 ਰੁਪਏ ਦਾ ਖਰੀਦ ਰਹੇ ਨੇ ਅਤੇ ਮਾਰਕੀਟ ਵਿੱਚ 100 ਪੈਕਟ ਹੀ ਬ੍ਰੈਡ ਦੇ ਬਣਦੇ ਨੇ। ਤਾਂ ਕੱਲ੍ਹ ਨੂੰ ਕੀ ਹੋਇਆ, ਲੋਕਾਂ ਦੇ ਕੋਲ ਮਨੀ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ। ਅੱਜ ਐਵਰੇਜ ਪਰਸਨ 100 ਰੁਪਏ ਕਮਾ ਰਿਹਾ ਤਾਂ ਕੱਲ੍ਹ ਨੂੰ 200 ਰੁਪਏ ਕਮਾਉਣ ਲੱਗ ਗਿਆ। ਤਾਂ 200 ਰੁਪਏ ਕਮਾਉਣ ਨਾਲ ਕੀ ਹੋਊਗਾ, ਉਹ ਬ੍ਰੈਡ ਦੀ ਡਿਮਾਂਡ ਵਧੂਗੀ। ਜੇ ਬ੍ਰੈਡ ਦੀ ਡਿਮਾਂਡ ਵਧੂਗੀ ਤਾਂ ਹੁਣ ਬ੍ਰੈਡ ਦੇ ਪੈਕਟ ਤਾਂ ਲਿਮਿਟਿਡ ਨੇ, 100 ਪੈਕਟ ਹੀ ਹੈ, ਤਾਂ ਕੀ ਹੋਊਗਾ, ਉਸ ਦੀ ਪ੍ਰਾਈਸ ਵੱਧ ਜਾਊਗੀ। ਕਿ ਇੱਕ ਪੈਕਟ ਦੀ ਪ੍ਰਾਈਸ ਪਹਿਲਾਂ 10 ਰੁਪਏ ਸੀ ਤਾਂ 12 ਰੁਪਏ ਹੋ ਜਾਊਗੀ। ਤਾਂ ਇਹ ਇਫੈਕਟ ਹੁੰਦਾ ਪ੍ਰਿੰਟਿੰਗ ਮਨੀ ਦਾ, ਅਤੇ ਹਮੇਸ਼ਾ ਇਕੋਨਮੀ ਲਈ ਬਹੁਤ ਡੈਮੇਜਿੰਗ ਹੁੰਦਾ ਜੇ ਇਨ ਕੇਸ ਇਹ ਹਾਈਪਰ ਇਨਫਲੇਸ਼ਨ ਤੱਕ ਪਹੁੰਚ ਜਾਏ, ਜੇ ਮਹਿੰਗਾਈ ਬਹੁਤ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਜਾਏ। ਐਗਜ਼ਾਮਪਲ ਵਜੋਂ ਤੁਸੀਂ ਵਰਲਡ ਹਿਸਟਰੀ ਦੀ ਐਗਜ਼ਾਮਪਲ ਦੇਖ ਸਕਦੇ ਹੋ, ਜਰਮਨੀ ਦੀ ਇਨ ਦੀ 1920s, ਜਦੋਂ ਕੀ ਹੋਇਆ ਸੀ ਉੱਥੇ ਨਵੀਂ ਕਰੰਸੀ ਬਹੁਤ ਜ਼ਿਆਦਾ ਪ੍ਰਿੰਟ ਕਰ ਦਿੱਤੀ ਗਈ ਸੀ ਅਤੇ ਉੱਥੇ ਮਹਿੰਗਾਈ ਬਹੁਤ ਤੇਜ਼ੀ ਨਾਲ ਵੱਧ ਗਈ ਸੀ।
ਦੈਨ ਨੈਕਸਟ ਕੁਐਸਚਨ ਆਇਆ ਹੈ ਡੀਮਿਊਚੁਅਲਾਈਜੇਸ਼ਨ ਤੇ। ਡੀਮਿਊਚੁਅਲਾਈਜੇਸ਼ਨ ਇਨ ਦੀ ਕੰਟੈਕਸਟ ਆਫ ਸਟਾਕ ਮਾਰਕੀਟਸ ਮੀਨਸ ਕਿ ਡੀਮਿਊਚੁਅਲਾਈਜੇਸ਼ਨ ਕੀ ਹੁੰਦਾ ਹੈ ਸਟਾਕ ਮਾਰਕੀਟ ਦੇ ਵਿੱਚ। ਤਾਂ ਡੀਮਿਊਚੁਅਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਓਨਰਸ਼ਿਪ ਨੂੰ ਸੈਪਰੇਟ ਕਰ ਦਈਏ ਮੈਨੇਜਮੈਂਟ ਨਾਲੋਂ। ਕਿਸੇ ਕੰਪਨੀ ਦੀ ਜਿਹੜੀ ਓਨਰਸ਼ਿਪ ਹੈ ਉਹ ਅਲੱਗ ਹੋਵੇ ਅਤੇ ਉਹਨੂੰ ਮੈਨੇਜ ਕਰਨ ਵਾਲੇ ਲੋਕ ਅਲੱਗ ਹੋਣ। ਤਾਂ ਇਹਦਾ ਸਹੀ ਆਨਸਰ ਹੈ ਏ, ਸੈਪਰੇਸ਼ਨ ਆਫ ਓਨਰਸ਼ਿਪ ਫਰੋਮ ਦੀ ਮੈਨੇਜਮੈਂਟ ਆਫ ਦੀ ਸਟਾਕ ਐਕਸਚੇਂਜ। ਤਾਂ ਡੀਮਿਊਚੁਅਲਾਈਜੇਸ਼ਨ ਦੀ ਗੱਲ ਕਰੀਏ, ਇਟ ਇਜ਼ ਅ ਪ੍ਰੋਸੈਸ ਦੈਟ ਚੇਂਜਿਸ ਅ ਮਿਊਚੁਅਲ ਔਰ ਕੋਆਪਰੇਟਿਵ ਐਸੋਸੀਏਸ਼ਨ ਇਨਟੂ ਅ ਪਬਲਿਕ ਕੰਪਨੀ। ਤਾਂ ਇੱਕ ਮਿਊਚੁਅਲ ਜਾਂ ਕੋਆਪਰੇਟਿਵ ਐਸੋਸੀਏਸ਼ਨ ਨੂੰ ਪਬਲਿਕ ਕੰਪਨੀ ਬਣਾ ਦੇਣਾ ਬਾਈ ਕਨਵਰਟਿੰਗ ਦਾ ਇੰਟਰਸਟ ਆਫ ਮੈਂਬਰਸ ਇਨਟੂ ਸ਼ੇਅਰ ਹੋਲਡਰਸ। ਤਾਂ ਜਿਹੜੇ ਵੀ ਮੈਂਬਰਸ ਦਾ ਹਿੱਸੇਦਾਰੀ ਆ ਉਹਨਾਂ ਨੂੰ ਸ਼ੇਅਰ ਹੋਲਡਿੰਗ ਦੇ ਦੇਣੀ ਅਤੇ ਉਸ ਤੋਂ ਬਾਅਦ ਉਹਨਾਂ ਦੀ ਹੋਲਡਿੰਗਸ ਨੂੰ ਟਰੇਡ ਕੀਤਾ ਜਾ ਸਕਦਾ ਐਜ਼ ਅ ਸ਼ੇਅਰ ਆਫ ਦੀ ਕੰਪਨੀ। ਤਾਂ ਇਹਦੇ ਵਿੱਚ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਕਿ ਬੋਰਡ ਆਫ ਡਾਇਰੈਕਟਰਸ ਬਣਾ ਦਿੱਤਾ ਜਾਂਦਾ ਹੈ ਕਿ ਪਹਿਲਾਂ ਤਾਂ ਮੈਂਬਰਸ ਹੀ ਦੇਖ ਰਹੇ ਸੀ ਕੰਪਨੀ ਦਾ ਸਾਰਾ ਕਾਰਜ, ਸਾਰੇ ਕੰਮਾਂ ਨੂੰ, ਪਰ ਹੁਣ ਇੱਕ ਬੋਰਡ ਆਫ ਡਾਇਰੈਕਟਰ ਬਣਾ ਦਿੱਤਾ ਜਿਹਦੇ ਨਾਲ ਕੀ ਹੋਇਆ ਓਨਰਸ਼ਿਪ ਅਲੱਗ ਲੋਕਾਂ ਕੋਲ ਰਹਿ ਗਈ ਅਤੇ ਜਿਹੜੇ ਬੋਰਡ ਆਫ ਡਾਇਰੈਕਟਰਸ ਨੇ ਜਿਹੜੇ ਮੈਨੇਜ ਕਰਨਗੇ ਕੰਪਨੀ ਨੂੰ ਉਹ ਅਲੱਗ ਨੇ। ਤਾਂ ਇਹਦਾ ਮਤਲਬ ਇਹ ਡੀਮਿਊਚੁਅਲਾਈਜੇਸ਼ਨ ਹੋ ਗਈ। The idea is to change the structure of exchanges that were originally formed as trust। ਤਾਂ ਭਾਰਤ ਵਿੱਚ ਪਹਿਲਾਂ ਬਹੁਤ ਸਾਰੀਆਂ ਟਰਸਟ ਬਣਾਈਆਂ ਗਈਆਂ ਸੀ ਲੋਕਾਂ ਨੇ ਮਿਲ ਕੇ ਆਪਣੇ ਵਧੀਆ ਕੰਮਾਂ ਲਈ, ਆਪਣੀ ਫੈਕਟਰੀਜ਼ ਲਈ, ਆਪਣੀ ਏਜੰਸੀਜ਼ ਲਈ। ਤਾਂ ਹੁਣ ਉਹਨਾਂ ਨੂੰ ਡੀਮਿਊਚੁਅਲਾਈਜੇਸ਼ਨ ਕਰਕੇ ਉਹ ਇੱਕ ਪ੍ਰਾਈਵੇਟ ਕੰਪਨੀਜ਼ ਦੇ ਤੌਰ 'ਤੇ ਬਣਾ ਰਹੇ ਨੇ। ਤਾਂ ਉਦੋਂ ਪ੍ਰੋਸੈਸ ਯੂਜ਼ ਕਰਦੇ ਨੇ ਡੀਮਿਊਚੁਅਲਾਈਜੇਸ਼ਨ। ਨੈਕਸਟ ਕੁਐਸਚਨ ਹੈ ਫਾਰਵਰਡ ਮਾਰਕੀਟ ਕਮਿਸ਼ਨ ਦੇ ਉੱਤੇ ਆਇਆ ਹੋਇਆ ਕਿ ਫਾਰਵਰਡ ਮਾਰਕੀਟ ਕਮਿਸ਼ਨ ਦੇ ਕੁਝ ਸਟੇਟਮੈਂਟਸ ਦਿੱਤੀਆਂ ਹੋਈਆਂ ਨੇ। ਤਾਂ ਸਟੇਟਮੈਂਟਸ ਕੀ ਨੇ? ਫਾਰਵਰਡ ਮਾਰਕੀਟ ਕਮਿਸ਼ਨ ਆਫ ਦੀ ਇੰਡੀਆ ਵਾਸ ਅਰਲੀਅਰ ਓਵਰਸੀਨ ਬਾਈ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ ਅੰਡਰ ਦੀ ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰਸ ਫੂਡ ਐਂਡ ਪਬਲਿਕ ਡਿਸਟਰੀਬਿਊਸ਼ਨ। ਜਿਹੜੇ FMC ਸੀ ਇਹਨੂੰ ਪਹਿਲਾਂ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ ਦੇਖਦਾ ਸੀ, ਇਹ ਬਿਲਕੁਲ ਸਹੀ ਹੈ। ਦੈਨ ਇਹ 2013 ਦਾ ਪੇਪਰ ਹੈ ਤਾਂ ਉਹਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਐਟ ਪ੍ਰੈਜ਼ੈਂਟ ਦੀ FMC ਇਜ਼ ਓਵਰਸੀਨ ਬਾਈ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਅੰਡਰ ਦੀ ਮਿਨਿਸਟਰੀ ਆਫ ਫਾਈਨਾਂਸ। ਤਾਂ 2013 ਦੇ ਹਿਸਾਬ ਨਾਲ ਇਹ ਸਟੇਟਮੈਂਟ ਬਿਲਕੁਲ ਸਹੀ ਹੈ ਕਿ ਉਸ ਟਾਈਮ ਇਹਨੂੰ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਦੇਖਣ ਲੱਗ ਗਿਆ ਸੀ। ਪਹਿਲਾਂ FMC ਨੂੰ ਦੇਖਦਾ ਸੀ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ, ਦੈਨ ਫਿਰ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ। ਤਾਂ ਉਸ ਤੋਂ ਬਾਅਦ ਥਰਡ ਸਟੇਟਮੈਂਟ ਹੈ ਫਾਰਵਰਡ ਮਾਰਕੀਟ ਕਮਿਸ਼ਨ ਰੈਗੂਲੇਟਸ ਦੀ ਕਮੋਡਿਟੀ ਫਿਊਚਰਸ। ਇਹ ਇੰਨੀ ਸਟੇਟਮੈਂਟ ਸਹੀ ਹੈ ਬਟ ਦੈਨ ਐਂਡ ਫਾਈਨੈਂਸ਼ੀਅਲ ਫਿਊਚਰ ਟਰੇਡਿੰਗ ਇਨ ਦੀ ਕੰਟਰੀ। ਆਹ ਪਾਰਟ ਗਲਤ ਹੈ। ਜਿਹੜੀ ਫਾਈਨੈਂਸ਼ੀਅਲ ਫਿਊਚਰ ਟਰੇਡਿੰਗ ਹੈ ਇਹ FMC ਦਾ ਕੰਮ ਨਹੀਂ ਹੈ। ਅਤੇ ਜਿਸ ਸਟੇਟਮੈਂਟ ਦੇ ਵਿੱਚ ਕੋਈ ਵੀ ਲਾਈਨ ਗਲਤ ਹੈ ਇਹਦਾ ਮਤਲਬ ਉਹ ਸਟੇਟਮੈਂਟ ਗਲਤ ਹੈ। ਤਾਂ ਇਹਦਾ ਆਨਸਰ ਆਊਗਾ ਕਿ ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਆਰ ਕਰੈਕਟ, ਦੀਜ਼ ਆਰ 1 and 2। ਅਤੇ ਇਹਦਾ ਆਨਸਰ ਆਊਗਾ C। ਤਾਂ FMC ਦੀ ਮੈਂ ਤੁਹਾਨੂੰ ਇੱਕ ਬੇਸਿਕ ਜਿਹੀ ਇਨਫੋਰਮੇਸ਼ਨ ਦੇਵਾਂ, ਇਟ ਇਜ਼ ਦੀ ਚੀਫ ਰੈਗੂਲੇਟਰ ਆਫ ਕਮੋਡਿਟੀ ਫਿਊਚਰ ਮਾਰਕੀਟ ਇਨ ਇੰਡੀਆ। ਅਤੇ ਪਹਿਲਾਂ ਇਹ ਕਮੋਡਿਟੀ ਫਿਊਚਰ ਮਾਰਕੀਟਸ ਦੀ ਚੀਫ ਰੈਗੂਲੇਟਰ ਸੀ, ਪਰ ਉਸ ਤੋਂ ਬਾਅਦ FMC ਨੂੰ 2013 ਤੋਂ ਬਾਅਦ ਕਿਸੇ ਹੋਰ ਏਜੰਸੀ ਨਾਲ ਮਰਜ ਕੀਤਾ ਗਿਆ। ਤਾਂ ਮੈਨੂੰ ਤੁਸੀਂ ਕਮੈਂਟ ਬਾਕਸ ਵਿੱਚ ਦੱਸੋ ਕਿ ਕਿਸ ਏਜੰਸੀ ਨਾਲ ਇਸ ਨੂੰ FMC ਨੂੰ ਮਰਜ ਕਰ ਦਿੱਤਾ ਗਿਆ ਆਫਟਰ ਦੀ 2013। ਇਹ ਇੱਕ ਇੰਪੋਰਟੈਂਟ ਕੁਐਸਚਨ ਹੈ, ਇਹਦਾ ਆਨਸਰ ਜ਼ਰੂਰ ਲੱਭ ਕੇ ਮੈਨੂੰ ਕਮੈਂਟ ਬਾਕਸ ਵਿੱਚ ਦੱਸਿਓ। ਦੈਨ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ, ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਦੀ ਨੋਨ ਪਰਫੋਰਮਿੰਗ ਐਸੈਟ। ਤਾਂ ਜਿਹੜੀ ਬੈਂਕਸ ਕੋਲ NPAs ਬਣ ਜਾਂਦੇ ਨੋਨ ਪਰਫੋਰਮਿੰਗ ਐਸੈਟਸ, ਜਿਨ੍ਹਾਂ ਉੱਤੇ ਪੈਸੇ ਵਾਪਸ ਆਉਣ ਦੇ ਚਾਂਸਿਸ ਘੱਟ ਹੁੰਦੇ ਨੇ ਕਿ ਬੈਂਕ ਨੇ ਇੱਕ ਵਾਰ ਲੋਨ ਦੇਤਾ ਬਟ ਦੈਨ ਪੈਸੇ ਵਾਪਸ ਨਹੀਂ ਆ ਰਹੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ NPA। ਤਾਂ ਕਿਹੜੇ ਲੋਨਸ ਜਾਂ ਐਡਵਾਂਸ ਨੂੰ NPA ਕਿਹਾ ਜਾਂਦਾ ਹੈ? ਨੋਨ ਪਰਫੋਰਮਿੰਗ ਐਸੈਟਸ ਉਹ ਕਦੋਂ ਬਣ ਜਾਂਦੇ ਨੇ? ਪਹਿਲੀ ਸਟੇਟਮੈਂਟ ਹੈ ਇੰਟਰਸਟ ਐਂਡ ਇੰਸਟਾਲਮੈਂਟ ਆਫ ਪ੍ਰਿੰਸੀਪਲ, ਕਿ ਜਿਹੜੀ ਮੇਨ ਅਮਾਊਂਟ ਦਿੱਤੀ ਹੈ ਰਿਮੇਨ ਓਵਰਡਿਊ ਫॉर ਅ ਪੀਰੀਅਡ ਆਫ ਮੋਰ ਦੈਨ 90 ਡੇਜ਼ ਇਨ ਰਿਸਪੈਕਟ ਟੂ ਟਰਮ ਲੋਨ। ਕਿ ਕਿਸੇ ਵੀ ਲੋਨ ਲਈ, ਟਰਮ ਲੋਨ ਲਈ ਜੇ 90 ਡੇਜ਼ ਤੱਕ ਉਹਦੀ ਇੰਟਰਸਟ ਜਾਂ ਇੰਸਟਾਲਮੈਂਟ ਦੀ ਪੇਮੈਂਟ ਨਾ ਹੋਵੇ ਤਾਂ ਉਹਨੂੰ NPA ਕਹਿੰਦੇ ਨੇ। ਤਾਂ ਸਟੇਟਮੈਂਟ ਬਿਲਕੁਲ ਸਹੀ ਹੈ। ਦੈਨ the installment of principal or interest thereon remains overdue for 2 crop seasons for short duration crops। ਕਿ ਜੇ ਐਗਰੀਕਲਚਰਲ ਲਈ ਲੋਨ ਲਿਆ ਤਾਂ ਜੇ ਇਨ ਕੇਸ 2 crop ਸੀਜ਼ਨਸ ਤੋਂ ਜ਼ਿਆਦਾ ਦੇਰ ਲਈ ਓਵਰਡਿਊ ਰਹਿ ਜਾਏ ਤਾਂ ਉਹਨੂੰ NPA ਕਹਿੰਦੇ ਨੇ। ਤਾਂ ਇਹ ਸਟੇਟਮੈਂਟ ਵੀ ਬਿਲਕੁਲ ਸਹੀ ਹੈ ਕਿ ਇਨ ਕੇਸ ਕਿਸੇ ਫਾਰਮਰ ਨੇ ਲੋਨ ਲਿਆ ਅਤੇ ਉਹ 2 crops ਦੇ ਸੀਜ਼ਨਸ ਨਿਕਲ ਗਏ ਅਤੇ ਉਸਨੇ ਲੋਨ ਦੀ ਪੇਮੈਂਟ ਵਾਪਸ ਨਹੀਂ ਕਰੀ ਤਾਂ ਉਹਨੂੰ ਵੀ ਆਪਾਂ NPA ਦੇ ਵਿੱਚ ਕਾਊਂਟ ਕਰਦੇ ਹਾਂ। Then the bill remains overdue for a period of more than 90 days in case of bill purchased and discounted।
कोई बिल है ਜਿਹੜਾ 90 ਡੇਜ਼ ਤੋਂ ਵੱਧ ਲਈ ਓਵਰਡਿਊ ਹੈ ਤਾਂ ਉਹਦੇ ਨੂੰ ਵੀ ਆਪਾਂ ਬਿਲਕੁਲ ਸਹੀ ਗੱਲ ਹੈ NPS ਦੇ ਵਿੱਚ ਕਾਊਂਟ ਕਰਦੇ ਹਾਂ। ਤਾਂ ਆਨਸਰ ਆਊਗਾ D 1 2 ਐਂਡ 3। ਤਾਂ NPS ਦੀ ਗੱਲ ਕਰੀ ਜਾਵੇ ਵਿਦ ਇਫੈਕਟ ਫਰੋਮ ਮਾਰਚ 31 2004 ਤਾਂ ਕਿਹੜੀਆਂ ਚੀਜ਼ਾਂ ਨੂੰ NPS ਦੇ ਵਿੱਚ ਕਾਊਂਟ ਕੀਤਾ ਜਾਂਦਾ ਹੈ। ਇਹ RBI ਦੇ ਗਾਈਡਲਾਈਨਸ ਨੇ। ਓਵਰਡਿਊ ਪੀਰੀਅਡ ਆਫ ਮੋਰ ਦੈਨ 90 ਡੇਜ਼ ਕਿ 90 ਡੇਜ਼ ਤੋਂ 3 ਮਹੀਨਿਆਂ ਤੋਂ ਵੱਧ ਦੇਰ ਲਈ ਆਪਾਂ ਲੋਨ ਦੀ ਪੇਮੈਂਟ ਨਹੀਂ ਕਰੀ ਤਾਂ ਉਹਨੂੰ NPA ਕਾਊਂਟ ਕੀਤਾ ਜਾਊਗਾ। ਅਕਾਊਂਟ ਰਿਮੇਨਸ ਆਊਟ ਆਫ ਆਰਡਰ ਫॉर ਅ ਪੀਰੀਅਡ ਆਫ ਮੋਰ ਦੈਨ 90 ਡੇਜ਼ ਅਕਾਊਂਟ ਉਹ 3 ਮਹੀਨਿਆਂ ਤੋਂ ਵੱਧ ਲਈ ਆਊਟ ਆਫ ਆਰਡਰ ਹੈ ਤਾਂ ਵੀ ਉਹਨੂੰ ਆਪਾਂ NPA ਦੇ ਵਿੱਚ ਹੀ ਕਾਊਂਟ ਕਰਦੇ ਹਾਂ। ਦੈਨ ਬਿੱਲ ਰਿਮੇਨਸ ਓਵਰਡਿਊ ਫॉर 90 ਡੇਜ਼ ਇਹ ਵੀ ਬਿਲਕੁਲ ਸਹੀ ਹੈ NPA ਹੁੰਦਾ। ਦੈਨ ਇੰਟਰਸਟ ਔਰ ਇੰਸਟਾਲਮੈਂਟ ਆਫ ਪ੍ਰਿੰਸੀਪਲਸ ਰਿਮੇਨ ਓਵਰਡਿਊ ਫॉर 2 ਹਾਰਵੈਸਟ ਸੀਜ਼ਨਸ ਕਿ 2 ਹਾਰਵੈਸਟ ਸੀਜ਼ਨ ਲਈ ਜੇ ਕੋਈ ਫਾਰਮਰ ਇੰਟਰਸਟ ਤੇ ਇੰਸਟਾਲਮੈਂਟ ਪੇ ਨਹੀਂ ਕਰਦਾ ਤਾਂ ਉਹਨੂੰ ਵੀ ਆਪਾਂ NPA ਦੇ ਵਿੱਚ ਕਾਊਂਟ ਕਰਦੇ ਹਾਂ। ਹੁਣ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਕੁਐਸਚਨ ਇਜ਼ ਅਬਾਊਟ ਟਵਿਨ ਡੈਫਿਸਿਟ ਕਿ ਟਵਿਨ ਡੈਫਿਸਿਟ ਕੀ ਹੁੰਦਾ ਹੈ, ਦੋਹਰਾ ਡੈਫਿਸਿਟ ਕੀ ਹੁੰਦਾ ਹੈ। ਤਾਂ ਜੇ ਟਵਿਨ ਡੈਫਿਸਿਟ ਹੈ ਟਰਮ ਵਰਤੀ ਜਾਂਦੀ ਹੈ ਇਨ ਦੀ ਕੰਟੈਕਸਟ ਆਫ ਜਦੋਂ ਦੇਸ਼ ਨੂੰ ਫੋਰਨ ਟ੍ਰੇਡ ਦੇ ਵਿੱਚ ਜਿਹੜਾ ਹੋ ਰਿਹਾ ਹੈ ਇੰਪੋਰਟ ਐਕਸਪੋਰਟ ਤਾਂ ਦੇਸ਼ ਦੇ ਵਿੱਚੋਂ ਇੰਪੋਰਟ ਜ਼ਿਆਦਾ ਹੋ ਰਿਹਾ ਅਤੇ ਐਕਸਪੋਰਟ ਘੱਟ ਹੋ ਰਿਹਾ। ਅਤੇ ਇਹਦਾ ਮਤਲਬ ਕੀ ਹੈ ਕਿ ਆਪਣੀ ਕਰੰਸੀ ਬਾਹਰ ਆਪਾਂ ਨੂੰ ਬਾਹਰ ਸਮਾਨ ਮੰਗਾਉਣ ਲਈ ਪੈਸੇ ਜ਼ਿਆਦਾ ਖਰਚ ਕਰਨੇ ਪੈ ਰਹੇ ਐਜ਼ ਕੰਪੇਅਰ ਟੂ ਜਿਹੜਾ ਆਪਾਂ ਸਮਾਨ ਬਾਹਰ ਭੇਜ ਰਹੇ ਹਾਂ ਉਹਦੇ ਆਪਾਂ ਨੂੰ ਪੈਸੇ ਘੱਟ ਆਉਂਦੇ ਨੇ ਅਤੇ ਇਹਨੂੰ ਕਹਿੰਦੇ ਆ ਕਰੰਟ ਅਕਾਊਂਟ ਡੈਫਿਸਿਟ। ਤਾਂ ਟਵਿਨ ਡੈਫਿਸਿਟ ਦੇ ਵਿੱਚ ਪਹਿਲਾ ਘਾਟਾ ਹੁੰਦਾ ਕਿ ਫੋਰਨ ਕੰਟਰੀਜ਼ ਨਾਲ ਘਾਟਾ ਅਤੇ ਦੂਜਾ ਘਾਟਾ ਹੁੰਦਾ ਗੌਰਮੈਂਟ ਦਾ ਘਾਟਾ ਕਿ ਸਰਕਾਰ ਦਾ ਜਿਹੜਾ ਬਜਟ ਹੈ ਉਹਦੇ ਵਿੱਚ ਸਰਕਾਰ ਦਾ ਖਰਚਾ ਜ਼ਿਆਦਾ ਹੋ ਰਿਹਾ ਪਰ ਤੇ ਸਰਕਾਰ ਨੂੰ ਇਨਕਮ ਘੱਟ ਹੋ ਰਹੀ ਹੈ। ਤਾਂ ਇਹਨਾਂ ਦੋਹਾਂ ਨੂੰ ਮਿਲ ਕੇ ਬਣਦਾ ਟਵਿਨ ਡੈਫਿਸਿਟ। ਤਾਂ ਇਹਦਾ ਸਹੀ ਆਨਸਰ ਹੈ ਡੀ ਸਿਚੁਏਸ਼ਨ ਆਫ ਲਾਰਜ ਕਰੰਟ ਅਕਾਊਂਟ ਐਂਡ ਫਿਜ਼ੀਕਲ ਡੈਫਿਸਿਟ। ਕਰੰਟ ਅਕਾਊਂਟ ਫੋਰਨ ਕੰਟਰੀਜ਼ ਦੇ ਨਾਲ ਅਤੇ ਫਿਜ਼ੀਕਲ ਡੈਫਿਸਿਟ ਸਰਕਾਰ ਦਾ ਘਾਟਾ। ਤਾਂ ਦੇਖ ਸਕਦੇ ਹੋ ਡੈਫੀਨੇਸ਼ਨਸ ਪੜ੍ਹ ਸਕਦੇ ਹੋ। ਫਿਜ਼ੀਕਲ ਡੈਫਿਸਿਟ ਇਜ਼ ਦੀ ਡਿਫਰੈਂਸ ਬਿਟਵੀਨ ਗੌਰਮੈਂਟਸ ਟੋਟਲ ਐਕਸਪੈਂਡੀਚਰ ਐਂਡ ਇਟਸ ਟੋਟਲ ਰਿਸੀਟਸ ਕਿ ਸਰਕਾਰ ਨੇ ਕਿੰਨੇ ਖਰਚੇ ਕੀਤੇ ਅਤੇ ਸਰਕਾਰ ਕੋਲ ਕਿੰਨੇ ਪੈਸੇ ਵਾਪਸ ਆਏ। ਦੈਨ ਕਰੰਟ ਅਕਾਊਂਟ ਦੀ ਗੱਲ ਕਰੀਏ ਇਟ ਇਜ਼ ਦੀ ਸਮ ਆਫ ਬੈਲੈਂਸ ਆਫ ਟ੍ਰੇਡ ਕਿ ਕਿੰਨੇ ਪੈਸੇ ਬਾਹਰ ਖਰਚ ਕੀਤੇ ਗਏ ਬਾਹਰੋਂ ਸਮਾਨ ਮੰਗਾਉਣ ਲਈ ਅਤੇ ਕਿੰਨੇ ਪੈਸੇ ਸਰਕਾਰ ਕੋਲ ਵਾਪਸ ਆਏ ਜਾਂ ਦੇਸ਼ ਕੋਲ ਵਾਪਸ ਆਏ। ਇਸ ਕੇਸ ਵਿੱਚ ਅਸੀਂ RBI ਨੂੰ ਦੇਖਦੇ ਹਾਂ ਕਿ RBI ਕੋਲ ਕਿੰਨੇ ਪੈਸੇ ਵਾਪਸ ਆਏ। ਐਕਸਪੋਰਟਸ ਮਾਈਨਸ ਇੰਪੋਰਟਸ ਆਫ ਗੁਡਸ ਐਂਡ ਸਰਵਿਸਿਜ਼ ਸਭ ਤੋਂ ਪਹਿਲੇ ਗੁਡਸ ਨੂੰ ਦੇਖਦੇ ਹਾਂ। ਦੈਨ ਨੈਟ ਫੈਕਟਰ ਇਨਕਮ ਸੱਚ ਐਜ਼ ਇੰਟਰਸਟ ਐਂਡ ਡਿਵੀਡੈਂਡਸ ਲਾਈਕ ਬਹੁਤ ਸਾਰੇ ਪਰਸਨ ਬਾਹਰ ਜਾ ਕੇ ਕੰਮ ਕਰ ਰਹੇ ਨੇ ਤਾਂ ਉਹ ਕਮਾ ਕੇ ਇੰਡੀਆ 'ਚ ਪੈਸੇ ਭੇਜਦੇ ਨੇ। ਐਂਡ ਦੈਨ ਨੈਟ ਟਰਾਂਸਫਰ ਪੇਮੈਂਟਸ ਕਿ ਬਾਹਰੋਂ ਕਿੰਨੇ ਜ਼ਿਆਦਾ ਟਰਾਂਸਫਰ ਪੇਮੈਂਟਸ ਹੋਈ ਹੈ ਸੱਚ ਐਜ਼ ਫੋਰਨ ਏਡ ਲਾਈਕ ਕੋਈ ਭੂਚਾਲ ਆ ਗਿਆ ਉਹਦੇ ਲਈ ਕਿੰਨੀ ਉਹਨਾਂ ਨੇ ਡੋਨੇਸ਼ਨਸ ਆਈਆਂ ਨੇ ਬਾਹਰੋਂ ਤਾਂ ਉਹ ਵੀ ਇਹਦੇ ਵਿੱਚ ਹੀ ਕਾਊਂਟ ਹੁੰਦੀਆਂ ਨੇ। ਤਾਂ ਨੈਕਸਟ ਕੁਐਸਚਨ ਹੈ ਕੰਸੀਡਰ ਦੀ ਫੋਲੋਇੰਗ ਲਿਕੁਇਡ ਐਸੈਟਸ। ਇਹਨਾਂ ਨੂੰ ਐਸੈਟਸ ਕਰਨਾ ਹੈ ਐਸੈਟਸ ਨੂੰ ਦੇਖਣਾ ਹੈ ਔਨ ਦੀ ਬੇਸਿਸ ਆਫ ਦੇਅਰ ਲਿਕੁਇਡਿਟੀ ਕਿ ਕਿਹੜੀ ਚੀਜ਼ ਜ਼ਿਆਦਾ ਲਿਕੁਇਡਿਟੀ ਹੈ। ਅਤੇ ਇਹਦੇ ਵਿੱਚ 4 ਆਪਸ਼ਨਸ ਦਿੱਤੀਆਂ ਹੋਈਆਂ ਨੇ। ਤਾਂ ਹੁਣ ਪਹਿਲਾਂ ਮੈਂ ਤੁਹਾਨੂੰ ਲਿਕੁਇਡਿਟੀ ਦੀ ਡੈਫੀਨੇਸ਼ਨ ਦੱਸ ਦੇਵਾਂ। ਤਾਂ ਇਹ ਆਉਂਦੀਆਂ ਨੇ ਸਾਰੀਆਂ RBI ਦੇ ਮੈਜ਼ਰਸ ਆਫ ਮਨੀ ਸਪਲਾਈ ਦੇ ਅੰਡਰ ਜਿਵੇਂ ਆਪਾਂ ਪਹਿਲਾਂ M0 ਡਿਸਕਸ ਕਰਿਆ ਸੀ ਤਾਂ ਹੁਣ ਬਾਕੀ 4 ਕੰਪੋਨੈਂਟਸ ਨੂੰ ਡਿਸਕਸ ਕਰਾਂਗੇ M1 M2 M3 ਅਤੇ M4 ਨੂੰ। ਤਾਂ ਲਿਕੁਇਡਿਟੀ ਦਾ ਮਤਲਬ ਹੁੰਦਾ ਹਾਊ ਫਾਸਟ ਐਨ ਇੰਸਟਰੂਮੈਂਟ ਕੈਨ ਬੀ ਕਨਵਰਟਿਡ ਇਨਟੂ ਕੈਸ਼ ਕਿ ਕਿੰਨੀ ਛੇਤੀ ਕਿਸੇ ਵੀ ਇੰਸਟਰੂਮੈਂਟ ਨੂੰ ਆਪਾਂ ਕੈਸ਼ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਕਿਉਂਕਿ ਕੈਸ਼ ਹਰ ਥਾਂ 'ਤੇ ਅਸੈਪਟੇਬਲ ਹੈ ਹਰ ਕੋਈ ਕੈਸ਼ ਦੇ ਵਿੱਚ ਉਹਦੀ ਪੇਮੈਂਟ ਲੈ ਲੈਂਦਾ। ਤਾਂ ਉੱਥੇ ਉਸ ਹਿਸਾਬ ਨਾਲ ਲਿਖੀ ਜਾਂਦੀ ਹੈ ਲਿਕੁਇਡਿਟੀ। The liquidity of these measures are in order of M1, M2, M3 ਅਤੇ M4। ਸਭ ਤੋਂ ਜ਼ਿਆਦਾ ਲਿਕੁਇਡਿਟੀ ਹੁੰਦੀ ਹੈ M1 ਦੀ ਦੈਟ ਇਜ਼ ਕਰੰਸੀ ਵਿਦ ਦੀ ਪਬਲਿਕ ਪਲੱਸ ਡਿਮਾਂਡ ਡਿਪੋਜ਼ਿਟਸ ਵਿਦ ਇਨ ਦੀ ਬੈਂਕਿੰਗ ਸਿਸਟਮ ਪਲੱਸ ਅਦਰ ਡਿਪੋਜ਼ਿਟਸ ਵਿਦ ਦੀ RBI। ਤਾਂ ਇਹ ਹੁੰਦੀ ਹੈ M1 ਅਤੇ ਇਹਦੇ ਵਿੱਚ ਆਉਂਦਾ ਕਰੰਟ ਅਕਾਊਂਟ ਅਤੇ ਸੇਵਿੰਗਸ ਅਕਾਊਂਟ ਦੇ ਵਿੱਚ ਜਿੰਨੇ ਵੀ ਤੁਹਾਡੇ ਡਿਮਾਂਡ ਡਿਪੋਜ਼ਿਟ ਨਾਲ ਪੈਸੇ ਤੁਸੀਂ ਲੈ ਸਕਦੇ ਹੋ। ਦੈਨ ਆਉਂਦਾ M2 ਉਸ ਤੋਂ ਵੀ ਘੱਟ ਲਿਕੁਇਡ containing M1 plus saving deposits of post office savings banks। ਤਾਂ ਜਿਹੜੇ ਤੁਸੀਂ ਪੈਸੇ ਪੋਸਟ ਆਫਿਸ ਦੇ ਵਿੱਚ ਸੇਵ ਕਰਕੇ ਰੱਖੇ ਨੇ ਉਹ M2 ਦੇ ਅੰਡਰ ਆਉਂਦੇ ਨੇ। ਦੈਨ M3 ਦੀ ਗੱਲ ਕਰੀ ਜਾਵੇ ਤਾਂ ਇਹਦੇ ਵਿੱਚ M1 ਪਲੱਸ ਟਾਈਮ ਡਿਪੋਜ਼ਿਟਸ ਵਿਦ ਇਨ ਦੀ ਬੈਂਕਿੰਗ ਸਿਸਟਮ ਜਿਹੜੀਆਂ ਤੁਸੀਂ FDs ਕਰਾ ਦਿੰਦੇ ਹੋ ਬੈਂਕ ਦੇ ਵਿੱਚ ਉਹ ਆਉਂਦੀਆਂ ਨੇ M3 ਦੇ ਵਿੱਚ। ਅਤੇ ਜੇ M4 ਦੀ ਗੱਲ ਕਰੀ ਜਾਵੇ ਇਹ ਹੈ M3 ਪਲੱਸ ਆਲ ਡਿਪੋਜ਼ਿਟਸ ਵਿਦ ਦੀ ਪੋਸਟ ਆਫਿਸ ਸੇਵਿੰਗਸ ਬੈਂਕ। ਤਾਂ M3 ਨਾਲ ਜਿਹੜੀਆਂ ਵੀ ਤੁਸੀਂ ਹੋਰ ਪੋਸਟ ਆਫਿਸ ਵਿੱਚ ਸੇਵਿੰਗਸ ਅਕਾਊਂਟ ਤੋਂ ਇਲਾਵਾ ਕਿਸੇ ਹੋਰ ਤਰੀਕੇ ਨਾਲ ਸੇਵਿੰਗਸ ਕਰਦੇ ਹੋ ਤਾਂ ਉਹ ਆਉਂਦੀਆਂ ਨੇ M4 ਦੇ ਵਿੱਚ। ਅਤੇ ਲਿਕੁਇਡਿਟੀ ਦਾ ਆਰਡਰ ਹੈ M1 M2 M3 M4।
ਤਾਂ ਇਸ ਕੁਐਸਚਨ ਨੂੰ ਸੋਲਵ ਕਰਕੇ ਦੱਸਿਓ ਕਿ ਤੁਹਾਡੇ ਤੋਂ ਕੁਐਸਚਨ ਸੋਲਵ ਹੋਇਆ ਕਿ ਨਹੀਂ। ਜੇ ਨਹੀਂ ਹੋਇਆ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ, ਤਾਂ ਮੈਂ ਇਸ ਨੂੰ ਦੁਬਾਰਾ ਐਕਸਪਲੇਨ ਕਰ ਦੇਵਾਂਗਾ। ਤਾਂ ਹੁਣ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਵਿਚ ਆਫ ਦੀ ਫੋਲੋਇੰਗ ਆਰ ਪਾਰਟ ਆਫ ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟ। ਤਾਂ ਜਿਹੜਾ ਆਪਣੇ ਫੋਰਨ ਕੰਟਰੀਜ਼ ਨਾਲ ਹੁੰਦੀ ਹੈ ਕੋਈ ਵੀ ਐਕਸਚੇਂਜ, ਉਹਨੂੰ ਆਪਾਂ ਕਹਿੰਦੇ ਬੈਲੈਂਸ ਆਫ ਪੇਮੈਂਟ। ਅਤੇ ਇੱਥੇ ਦੋ ਅਕਾਊਂਟ ਮੇਨ ਹੁੰਦੇ ਨੇ, ਵਨ ਇਜ਼ ਕਰੰਟ ਅਕਾਊਂਟ ਐਂਡ ਅਦਰ ਇਜ਼ ਕੈਪੀਟਲ ਅਕਾਊਂਟ। ਤਾਂ ਇਹਨਾਂ ਨੇ ਪੁੱਛਿਆ ਕਿ ਇਹਨਾਂ ਵਿੱਚੋਂ ਕਿਹੜੀਆਂ ਚੀਜ਼ਾਂ ਆਪਣੇ ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟ ਦੇ ਵਿੱਚ ਆਉਂਦੀਆਂ ਨੇ। ਤਾਂ ਪਹਿਲਾਂ ਤੁਸੀਂ ਇਹ ਜਾਣ ਲਓ ਕਿ ਕੈਪੀਟਲ ਅਕਾਊਂਟ ਆਫ ਬੈਲੈਂਸ ਕੀ ਹੁੰਦਾ। ਤਾਂ ਜਿਹੜਾ ਕੈਪੀਟਲ ਅਕਾਊਂਟ ਹੁੰਦਾ ਔਨ ਅ ਨੈਸ਼ਨਲ ਲੈਵਲ ਰਿਪਰੈਜ਼ੈਂਟਸ ਦੀ ਬੈਲੈਂਸ ਆਫ ਪੇਮੈਂਟਸ ਆਫ ਅ ਕੰਟਰੀ। ਇਟ ਕੀਪਸ ਟਰੈਕ ਆਫ ਦੀ ਨੈਟ ਚੇਂਜ ਇਨ ਨੇਸ਼ਨਸ ਐਸੈਟਸ ਐਂਡ ਲਾਇਬਿਲਿਟੀਜ਼ ਡਿਊਰਿੰਗ ਏ ਈਅਰ। ਤਾਂ ਮੇਨ ਫਰਕ ਜਿਹੜਾ ਕਰੰਟ ਅਕਾਊਂਟ ਅਤੇ ਕੈਪੀਟਲ ਅਕਾਊਂਟ ਦੇ ਵਿੱਚ ਹੁੰਦਾ ਕਿ ਕਰੰਟ ਅਕਾਊਂਟ ਨਾਲ ਦੇਸ਼ ਦੀ ਐਸੈਟਸ ਅਤੇ ਲਾਇਬਿਲਿਟੀਜ਼ 'ਤੇ ਫਰਕ ਨਹੀਂ ਪੈਂਦਾ, ਦੇਸ਼ ਦੀ ਦੇਣਦਾਰੀ ਅਤੇ ਲੈਣਦਾਰੀ 'ਤੇ ਫਰਕ ਨਹੀਂ ਪੈਂਦਾ। ਬਟ ਜਿਹੜਾ ਕੈਪੀਟਲ ਅਕਾਊਂਟ ਹੁੰਦਾ ਉਹਦੇ ਵਿੱਚ ਦੇਸ਼ ਦੀ ਦੇਣਦਾਰੀ ਅਤੇ ਲੈਣਦਾਰੀ 'ਤੇ ਫਰਕ ਪੈਂਦਾ। ਦਾ ਮੇਨ ਕੰਪੋਨੈਂਟਸ ਆਫ ਕੈਪੀਟਲ ਅਕਾਊਂਟ ਆਰ, ਤਾਂ ਜੇ ਦੋ ਤਰੀਕੇ ਨੇ ਜਿਹੜੇ ਮੇਜਰ ਅਕਾਊਂਟ ਬਣਾਉਂਦੇ ਨੇ ਕੈਪੀਟਲ ਅਕਾਊਂਟ ਦਾ। ਬੋਰੋਇੰਗਸ, ਕੋਈ ਲੋਨ ਲੈਣਾ ਟੂ ਐਂਡ ਫਰੋਮ ਐਬਰੋਡ, ਬਾਹਰੋਂ ਕੋਈ ਲੋਨ ਲਿਆ ਜਾਂ ਬਾਹਰੋਂ ਕੋਈ ਲੋਨ ਦਿੱਤਾ, ਇਹਦੇ ਨਾਲ ਵੀ ਦੇਸ਼ ਦੀ ਦੇਣਦਾਰੀ ਅਤੇ ਲੈਣਦਾਰੀ ਚੇਂਜ ਹੁੰਦੀ ਹੈ। ਦੈਨ ਇਨਵੈਸਟਮੈਂਟਸ, ਕੋਈ ਬਾਹਰੋਂ ਇਨਵੈਸਟਮੈਂਟ ਆਈ ਟੂ ਐਂਡ ਫਰੋਮ ਐਬਰੋਡ, ਜੇ ਕੀਤੀ ਚਾਹੇ ਬਾਹਰੋਂ ਆਈ। ਤਾਂ ਹੁਣ ਇਹ ਤਿੰਨ ਆਪਸ਼ਨਸ ਨੂੰ ਆਪਾਂ ਟਰਾਈ ਕਰਦੇ ਹਾਂ। ਸਭ ਤੋਂ ਪਹਿਲਾਂ ਹੁੰਦਾ ਪੋਰਟਫੋਲੀਓ ਇਨਵੈਸਟਮੈਂਟ। ਤਾਂ ਪੋਰਟਫੋਲੀਓ ਹੁੰਦਾ ਦੇਸ਼ ਦੇ ਸ਼ੇਅਰਾਂ ਦੇ ਵਿੱਚ ਇਨਵੈਸਟਮੈਂਟ ਕਰਨਾ। ਤਾਂ ਆਪਾਂ ਗੱਲ ਕੀਤੀ ਹੋਣੀ ਕਿ ਇਨਵੈਸਟਮੈਂਟ ਕਾਹਦਾ ਪਾਰਟ ਹੈ, ਕੈਪੀਟਲ ਅਕਾਊਂਟ ਦਾ। ਤਾਂ ਇਹਦਾ ਮਤਲਬ ਬਿਲਕੁਲ ਸਹੀ ਹੈ, ਇਹ ਕੈਪੀਟਲ ਅਕਾਊਂਟ ਆਫ ਬੈਲੈਂਸ ਦਾ ਪਾਰਟ ਹੈ। ਦੈਨ ਐਕਸਟਰਨਲ ਅਸਿਸਟੈਂਸ, ਜਿਹੜੀ ਐਕਸਟਰਨਲ ਅਸਿਸਟੈਂਸ ਹੈ ਉਹ ਜਾਂ ਤਾਂ ਗਰਾਂਟ ਹੋ ਸਕਦੀ ਹੈ ਕਿ ਕਿਸੇ ਨੇ ਆਪਾਂ ਰੱਖਣ ਨੂੰ ਦੇ ਦਿੱਤੇ ਪੈਸੇ ਐਵੇਂ। ਦੈਨ ਜਾਂ ਫਿਰ ਉਹ ਲੋਨ ਹੋ ਸਕਦੀ ਹੈ, ਜਿਵੇਂ ਤੁਸੀਂ ਬੁਲੇਟ ਟ੍ਰੇਨ ਬਾਰੇ ਸੁਣਿਆ ਹੋਣਾ ਜਿਹੜਾ ਅਹਿਮਦਾਬਾਦ ਤੋਂ ਬਣਨੀ ਹੈ, ਅਹਿਮਦਾਬਾਦ ਤੋਂ ਮੁੰਬਈ। ਤਾਂ ਉਹਦੇ ਵਿੱਚ ਜਾਪਾਨ ਦੀ ਸਰਕਾਰ ਤੋਂ ਆਪਾਂ ਨੂੰ ਕਾਫੀ ਜ਼ਿਆਦਾ ਅਸਿਸਟੈਂਸ ਮਿਲ ਰਹੀ ਹੈ, ਬਟ ਇਟ ਇਜ਼ ਇਨ ਦੀ ਫਾਰਮ ਆਫ ਲੋਨ, ਕਿ ਉਹ ਲੋਨ ਦੇ ਹਿਸਾਬ ਨਾਲ ਹੈ। ਤਾਂ ਜੇ ਲੋਨ ਹੈ ਇਹਦਾ ਮਤਲਬ ਉਹ ਆਪਾਂ ਬੋਰੋਇੰਗ ਕਰ ਰਹੇ ਹਾਂ, ਤਾਂ ਇਹਦਾ ਮਤਲਬ ਇਟ ਇਜ਼ ਅਗੇਨ ਅ ਪਾਰਟ ਆਫ ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟ। ਦੈਨ NRI ਡਿਪੋਜ਼ਿਟਸ, ਕਿ ਬਾਹਰ ਜਿਹੜੇ ਇੰਡੀਅਨਸ ਰਹਿੰਦੇ ਨੇ ਉਹਨਾਂ ਨੇ ਇੰਡੀਆ ਦੇ ਬੈਂਕਾਂ ਦੇ ਅਕਾਊਂਟਸ ਦੇ ਵਿੱਚ ਪੈਸੇ ਡਿਪੋਜ਼ਿਟ ਕਰਤੇ, ਤਾਂ ਉਹ ਵੀ ਇੱਕ ਹਿਸਾਬ ਦੀ ਦੇਣਦਾਰੀ ਹੈ, ਦੇਸ਼ ਦੇ ਐਸੈਟਸ ਅਤੇ ਲਾਇਬਿਲਿਟੀਜ਼ ਚੇਂਜ ਹੋ ਰਹੀਆਂ ਨੇ, ਤਾਂ ਇਹ ਵੀ ਪਾਰਟ ਹੈ ਕੈਪੀਟਲ ਅਕਾਊਂਟ ਆਫ ਬੈਲੈਂਸ ਆਫ ਪੇਮੈਂਟ ਦਾ। ਤਾਂ ਇਸ ਹਿਸਾਬ ਨਾਲ ਆਪਣਾ ਕਰੈਕਟ ਆਨਸਰ ਆਊਗਾ B 1, 2 ਐਂਡ 3। ਤਾਂ ਧੰਨਵਾਦ ਦੋਸਤੋ, ਅਗਲੀ ਵੀਡੀਓ ਵਿੱਚ ਮਿਲਦੇ ਹਾਂ।